अस्सलाम वालेकुम जनाब। वालेकुम अस्सलाम जी। शराज ताहिर साहब और नुमान रज़ाक साहब, तुहाडी बहुत मेहरबानी। तुसी मेरे चैनल वास्ते इंटरव्यू देने वास्ते और एकदम इंटरव्यू देने वास्ते तैयार हो गए। बहुत नहीं जी, शुक्रिया। असा बल्कि एकदम के असा ਉਹ ਅਨਰ ਫੇਲ ਫੋਰ ਅੱਜ ਬਲਕਿ ਅਸੀਂ ਤੇ ਤੁਹਾਡੇ ਕੋਲ ਮਨੂਨ ਆ ਕਿ ਤੁਸੀਂ ਇੱਕਦਮ ਇੰਟਰਵਿਊ ਲੈਣ ਲਈ ਤਿਆਰ ਹੋ ਗਏ ਹੋ। नहीं इंटरव्यू तो देखो जी, तुसी पटवार दियां दोनों नामवर शख्सियात हो माशाअल्लाह, अपने अपने शोबे दे विच तुहाडा बहुत काम है। मैं सवाल करना चाह रहा सी क्योंकि पटवारियां नाल मेरा ते इंटरैक्शन बहुत पुराना जी है जी बहुत पुराना। और कह लो कि मैं 2000 ਦੇ ਵਿੱਚ ਲਿਖਣਾ ਸ਼ੁਰੂ ਕੀਤਾ ਤੇ 2002 ਦੇ ਵਿੱਚ ਮੈਂ ਓਪਨ ਯੂਨੀਵਰਸਿਟੀ ਵਾਸਤੇ ਇੱਕ ਮਕਾਲਾ ਲਿਖਿਆ ਸੀ ਮੈਂ ਉਹਨਾਂ ਦੇ ਐਮਫਿਲ ਕੋਰਸ ਵਾਸਤੇ ਤੇ ਉਹ ਅਸੀਂ ਬਹੁਤ ਸਾਰੇ ਪਟਵਾਰੀ ਦੋਸਤਾਂ ਨੂੰ ਦਿੱਤਾ ਉਸ ਦੌਰ 'ਚ, ਜਿਹਦੇ 'ਚ ਅਖਤਰ ਇਮਾਮ ਰਿਜ਼ਵੀ ਸਾਹਿਬ ਵੀ ਸਨ, ਦਿਲਪ੍ਰੀਤ ਸ਼ਾਦ ਸਾਹਿਬ ਸਨ ਤੇ ਹੋਰ ਵੀ ਚੰਦ ਇੱਕ ਦੋਸਤ ਸਨ ਜਿਨ੍ਹਾਂ ਨੂੰ ਅਸੀਂ ਦਿੱਤਾ ਕਿ ਪਟਵਾਰ ਵੀ ਅਦਬ ਦੇ ਉੱਤੇ ਉਹ ਲਿਖ ਕੇ ਦੇਣ। ਲੇਕਿਨ ਇਤਫਾਕ ਹੈ ਕਿ ਉਦੋਂ ਕਿਤਾਬਾਂ ਬਹੁਤ ਘੱਟ ਹੁੰਦੀਆਂ ਸਨ 2000 ਦੇ ਵਿੱਚ 2002 'ਚ, ਤੇ ਉਹ ਫਿਰ ਸਾਡੀ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਸੀ ਕਿ ਜਲਦੀ ਜਲਦੀ ਕੀਤਾ ਜਾਵੇ ਕੰਮ। ਤੇ ਉਹ ਫਿਰ ਮੈਂ ਮਤਲਬ ਉਹਨੂੰ ਕਹਿ ਲਓ ਕਿ ਮੈਂ ਹੀ ਕੀਤਾ ਮੁਕੰਮਲ, ਬਾਕੀ ਨਹੀਂ ਕਰ ਪਾਏ ਸਨ। ਤੇ ਉਹ ਫਿਰ ਮੇਰੇ ਵਾਸਤੇ ਖੁਸ਼ਕਿਸਮਤੀ ਸੀ ਕਿ ਮੈਂ ਪਟਵਾਰ ਦਾ, ਕਿਉਂਕਿ ਇੱਕ ਅਰਸਾ ਦਰਾਜ਼ ਤੋਂ 71 ਤੋਂ ਇੱਥੇ ਮੈਂ ਪਟਵਾਰ ਦੇ ਵਿੱਚ ਹੀ ਰਹਿਣਾ ਵਾ। ਤੇ ਕਹਿ ਲਓ ਕਿ ਸਿਆਲਕੋਟ ਨਾਲ ਬਸ ਇੰਨਾ ਕੀ ਤਾਲੁਕ ਹੈ ਕਿ ਮਾਂ ਬਾਪ ਦੀਆਂ ਕਬਰਾਂ ਉੱਥੇ ਨੇ, ਬਾਕੀ ਮੇਰਾ ਜੰਮ ਪਲ ਬਚਪਨ ਇੱਥੇ ਗੁਜ਼ਰਿਆ। ਤੇ ਉਸ ਹਵਾਲੇ ਨਾਲ ਮੈਂ ਪਟਵਾਰੀ ਲਿਟਰੇਚਰ ਦੇ ਉੱਤੇ ਥੋੜ੍ਹਾ ਬਹੁਤ ਮੇਰਾ ਜਿਹੜਾ ਸ਼ੌਕ ਹੈ ਉਹ ਮੈਂ ਸਾਂਝਾ ਕਰਦਾ ਰਹਿਣਾ ਦੋਸਤਾਂ ਨਾਲ। ਤੇ ਤੁਸੀਂ ਤਾਂ ਚੂੰਕਿ ਪਟਵਾਰ ਦੇ ਜੰਮ ਪਲ ਉਹ ਸਨ ਆਫ ਦੀ ਸਾਇਲ ਹੋ, ਨਹੀਂ ਤੇ ਬਿਲਕੁਲ ਉਹਦੇ 'ਚ ਤੁਸੀਂ ਇਹ ਦੱਸੋ ਕਿ ਪਟਵਾਰੀ ਨੂੰ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਇਹ ਪੰਜਾਬੀ ਦੀ ਇੱਕ ਡਾਇਲੈਕਟ ਹੈ, ਯਾਨੀ ਕਿ ਉਹਦੀ ਇੱਕ ਬੋਲੀ ਹੈ, ਅਲੱਗ ਜ਼ੁਬਾਨ ਨਹੀਂ ਹੈ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਸ਼ਰਾਜ਼ ਸਾਹਿਬ? ਸਰ ਅਮਜਦ ਸਾਹਿਬ ਗੱਲ ਇਹ ਹੈ ਕਿ ਇਹ ਤੁਸੀਂ ਵੀ ਪਤਾ ਆ ਕਿ ਜਿਸਲ ਬੰਦਾ ਟੱਠਾ ਹੋਇਆ ਨਾ ਤਾਂ ਉਸकी ਸਾਰੀ ਮਾੜਾ ਹੀ ਆਖਣਾ, ਤੇ ਜਿਸਲ ਬੰਦਾ ਦੌੜਨਾ ਹੋਇਆ ਆਪਣੀ ਪੂਰੀ ਪੀਕ ਉੱਪਰ ਹੋਇਆ ਤਾਂ ਉਹ ਸਾਰਿਆਂ ਤੋਂ ਮੁਤਬਰ ਹੋਈ ਉਸਨੂੰ। ਅਸਲ ਇਹ ਹੈ ਕਿ ਇਹ ਜ਼ੁਬਾਨ ਜਿਹੜੀ ਹੈ ਨਾ ਅਸਾਂ ਬੋਲਨੇ ਰਹੇ ਹਾਂ, ਇਸ ਜ਼ੁਬਾਨ ਨਾਲ ਕੋਈ ਨਾ ਵਲੀ ਵਾਰਸ सा ना कोई सरप्रस्त सा। अगर बोलने से तो वो भी और से ठट्ठे की ज़ुबान है, मजाक की ज़ुबान है, बोलने से लोग मजाक करने से, और ये पंजाब के लोग मजाक करने से। ਤੇ ਪੰਜਾਬੀ ਦੇ ਬਾਰੇ 'ਚ ਵੀ ਤੇ ਇਹੀ ਮਜ਼ਾਕ ਲੋਕ ਕਰਦੇ ਸੀ ਨਾ, ਤੇ ਇਹ ਤੇ ਤੁਹਾਡੇ ਨਾਲ ਨਹੀਂ ਹੈ, ਇਹ ਤੇ ਪੰਜਾਬੀ ਜ਼ੁਬਾਨ ਤੇ ਹੈ। ਕੋਈ ਵੀ ਜ਼ੁਬਾਨ ਹੋਏਗੀ, ਬਲਕਿ ਦੁਨੀਆ ਦੇ ਕਿਸੇ ਖਿੱਤੇ ਤੁਸੀਂ ਜਾਓ ਨਾ ਤੇ ਦੇਖੋ ਕੋਈ ਵੀ ਜ਼ੁਬਾਨ ਉਹ ਲਾਜ਼ਮਨ ਪਹਿਲੇ ਕਿਸੇ न किसी बड़ी ਜ਼ੁਬਾਨ ਦਾ ਹਿੱਸਾ ਰਹੀ, ਔਰ ਉਸੇ ਜ਼ੁਬਾਨ ਦੇ ਡਾਇਲੈਕਟ ਰਹੇ ਜਾਂ ਡਾਇਲੈਕਟ ਹੋਣ ਨੇ ਨਾਲ ਨਾਲ ਉਹ ਸਫ਼ਰ ਕੀਤਾ। ਜਿਨ੍ਹਾਂ ਜ਼ੁਬਾਨਾਂ ਤਰੱਕੀ ਕਰ ਲਈ, ਜਿਨ੍ਹਾਂ ਜ਼ੁਬਾਨਾਂ ਲਿਟਰੇਚਰ ਆ ਗਿਆ, ਜਿਨ੍ਹਾਂ ਆਪਣੀ ਮੀਅਤ ਤਸਲੀਮ ਕਰ ਲਈ, ਉਹ ਜ਼ੁਬਾਨ ਬਣ ਗਈ। और सारा पंजाबी नाल या हिंदको नाल या किसी नाल कोई क्रॉस नहीं है, सिर्फ ये कि देखो ना अगर पंजाबी है तो पंजाबी ज़ुबान में हिस्ट्री देखा जाए तो ये भी उर्दू तो बाद ही नहीं इस तरह नहीं ਅਸੀਂ ਕਹਿੰਦੇ, ਕਿਉਂਕਿ ਪੰਜਾਬੀ ਬਹੁਤ ਪੁਰਾਣੀ ਹੈ। ਪੰਜਾਬੀ ਤੇ ਕਹਿ ਲਓ ਕਿ ਇਹ 7ਵੀਂ ਸਦੀ ਕਬਲ ਮਸੀਹ ਤੋਂ ਮਤਲਬ ਇਹ ਇੱਥੇ ਇਹਦੇ ਅਸਰਾਤ ਮੌਜੂਦ ਸਨ। ਔਰ ਪੰਜਾਬੀ ਤੇ ਜਿਹੜੇ ਕਹਿ ਲਓ ਕਿ ਜਿਹੜੇ ਸਨ ਨਾ ਜਿਹੜੇ ਜੋਗੀ ਫਿਰਨ ਟੁਰਨ ਵਾਲੇ ਜਿਹੜੇ ਹੁੰਦੇ ਨੇ जी जी ਨਾਥ ਜੋਗੀਆਂ ਦੇ, ਉਹਨਾਂ ਦਾ ਵੀ ਕਲਾਮ ਪੰਜਾਬੀ 'ਚ ਮੌਜੂਦ ਹੈ। ਫਿਰ ਉਸ ਤੋਂ ਬਾਅਦ ਬਾਬਾ ਫਰੀਦ ਤੇ ਤੁਸੀਂ ਦੇਖੋ ਨਾ 11ਵੀਂ 12ਵੀਂ ਸਦੀ ਦੇ ਵਿੱਚ ਇਸਮਾਈਲੀ ਪੀਰਾਂ ਦਾ ਇਹਦੇ 'ਚ ਬਹੁਤ ਸਾਰਾ ਕਲਾਮ ਹੈ। ਉਹ ਕਦਾਮਤ ਇਹਦੀ ਬਹੁਤ ਜ਼ਿਆਦਾ ਪੁਰਾਣੀ ਹੈ। ਮਤਲਬ ਪੰਜਾਬੀ ਪਾਲੀ ਜਿਹੜੀ ਜ਼ੁਬਾਨ ਸੀ ਇੱਥੇ ਬੁੱਧ ਮਤ ਦੀ, ਉਹਦੇ ਚੋਂ ਡਰਾਈਵ ਕੀਤੀ अच्छा ਗਈ। मैं एक ਤੇ गल ਪਟਵਾਰੀ ਜਾਂ ਉਰਦੂ ਤੇ ਹੁਣ ਵੀ ਪੈਦਾਵਾਰ ਹੈ ਨਾ, ਤੇ 17ਵੀਂ 18ਵੀਂ ਸਦੀ 'ਚ ਆਣ ਕੇ अच्छा मैं गल करना चाहना मैं जी। पुछ गया ना पंजाबी ना एक थोड़ी जी चुभण वाली गल मैं नहीं सुबह वाली करोगे तो मजा आएगा। गल ये है कि जहाँ तक ऐसा सुनने या असा कि एक चीज़ पंच करनी है कि ये जी है क्योंकि सूबा पंजाब विच है, पिंडी ने तमाम इजला सूबा पंजाब विच ने, तो इस वास्ते असली ज़ुबान की भी वाले सारे पंजाब की ज़ुबान है, भावें उसका लहजा हो रहा है या उसकी ज़ुबान हो रहा है। लेकिन अगर तुसा इसने सतसों आख्या कि 7वीं कबल मसीह की ज़ुबान है पंजाबी, तो इस तरह जी पटवारी ज़ुबान है ना, ये भी असल पंजाब की ज़ुबान नहीं है। अच्छा, पंजाब की किसी भी बोलियां लहजिया ये शामिल नहीं है।
इसकी पंजाब ना आख्या गसना, लेकिन अगर तकिया गजे ये पहाड़ी जुबाना ने हिस्सा है, उस फैमिली च है अच्छा पहाड़ी च। ये आज़ाद ये इलाका भी आज़ाद कश्मीर में है, जितना पठवार ना ये पंजाब का इलाका नहीं है, अच्छा ये कश्मीर का इलाका है असल में। अच्छा ये कश्मीरी जुबान है, पहाड़ी जुबान है, इस नाल पहाड़ी नाल तल्लक है, इस नाल पंजाबी नाल कोई तल्लक ही नहीं है। ना ये भैन है, ना ये छोटी है, ना ये बड़ी है, एक अलग जुबान है। अगर किसी नाल शामिल होनी तो पहाड़ी जुबान नाल शामिल होनी। इस नाल लहजा, इसने गीत, इसनी बोल चाल सब पहाड़ी है। अच्छा इस वास्ते ना ਯਾਨੀ ਕਿ ਤੁਸੀਂ ਇਹਨੂੰ ਇੱਕ ਮੁਕੰਮਲ ਜ਼ੁਬਾਨ ਦੇ ਤੌਰ ਤੇ ਜ਼ੁਬਾਨ ਦੇਖਦੇ ਹੋ। ਆਖਦੇ ਹਾਂ। ਸਹੀ। ਤੇ ਅੱਛਾ ਇਹ ਦੱਸੋ ਕਿ ਜ਼ਾਹਿਰ ਤੁਹਾਡੀ ਤੁਸੀਂ ਇਸ ਜ਼ੁਬਾਨ ਦੇ ਬੋਲਣ ਵਾਲੇ ਔਰ ਇਸ ਧਰਤੀ ਦੇ ਰਹਿਣ ਵਾਲੇ ਹੋ। ਮੈਂ ਤੇ ਕੋਈ ਹੱਕ ਨਹੀਂ ਰੱਖਦਾ ਕਿ ਮੈਂ ਕਹਾਂ ਕਿ ਇਹ ਬੋਲੀ ਹੈ, ਠੀਕ ਹੈ। नहीं नहीं ਮੇਰਾ ਆਪਣਾ ਖਿਆਲ ਹੈ ਕਿ ਇਹਦੇ 'ਚ ਜਿਹੜੀ ਅਗਰ ਤੇ ਤੁਹਾਡੇ ਗੱਲ ਨੂੰ ਮੰਨ ਲਿਆ ਜਾਵੇ ਕਿ ਇਹਦਾ ਪੰਜਾਬ ਨਾਲ ਕੋਈ ਤਾਲੁਕ ਨਹੀਂ ਬਣਦਾ, ਇਹਦਾ ਪਹਾੜੀ ਨਾਲ ਜਾਂ ਕਸ਼ਮੀਰ ਨਾਲ ਤਾਲੁਕ ਬਣਦਾ, ਤੇ ਉਸ ਨੂੰ ਅਗਰ ਬੇਸ ਬਣਾਇਆ ਜਾਵੇ ਤੇ ਹੁਣ ਤੱਕ ਇਹਦਾ ਸਟੈਂਡਰਡਾਈਜੇਸ਼ਨ ਕਿਉਂ ਨਹੀਂ ਹੋਈ ਅਲਫਾਬੈਟ ਦੀ, ਇਹ ਮੈਨੂੰ ਤੁਸੀਂ ਜ਼ਰਾ ਥੋੜਾ ਜਿਹਾ ਸਮਝਾਓ ਕਿ ਇਹਦੀ ਕੀ ਵਜ੍ਹਾ ਹੈ। ਮਤਲਬ ਅੱਜ ਤੱਕ ਕੋਈ ਮੁਤਫਿਕ ਨਹੀਂ ਹੋ, ਤੁਸੀਂ ਕਿਸੇ ਤਰੀਕੇ ਨਾਲ ਲਿਖਦੇ ਹੋ, ਕਿਸੇ ਤਰੀਕੇ ਨਾਲ ਲਿਖਦੇ ਹੋ, ਮੈਂ ਕਿਸੇ ਹੋਰ ਤਰੀਕੇ ਨਾਲ, ਇੱਕ ਹੀ ਜ਼ੁਬਾਨ ਨੂੰ ਤੁਸੀਂ 4-5-6 ਤਰੀਕਿਆਂ ਨਾਲ, ਯਾਨੀ ਕਿ ਇੱਕ ਲਫ਼ਜ਼ ਨੂੰ ਤੁਸੀਂ ਅਦਾਇਗੀ ਜਿਹੜੀ ਉਹ ਕਿਸ ਤਰ੍ਹਾਂ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਰੋਸ਼ਨੀ ਪਾਓ। दरअसल कोई भी जुबान जिसलै तहरीरी तौर पर लिखी जानी या तहरीर के अंदर शामिल होनी, तो उसलै उसने इमला ने मसैल वो दरपेश असने, क्योंकि इस तो पहले लिखी नहीं गई, कोई साढ़े को इमला नहीं है, कोई तर्जी नहीं है, कोई इसका अल्फाबैट नहीं है। जिसलै अस लिखना शुरू किया तो असा की वाकई ये ज़बान जी अल्फाबैट के तौर पर असा की काफ़ी सारिया मुश्किलात पैदा हुई, लेकिन इसका मतलब ये नहीं कि इसका अल्फाबैट नहीं बनी सकिया। असा नहीं, मैं नहीं गल कर रहा कि नहीं बनी सके, मैं कह रहा हूं कि हजे तक मुतफिक नहीं मैं- है। मैं माशाल्लाह के इसलै पठवारी अदबी बोर्ड ने चेयरमैन असा ना कायदा पठवारी अदबी बोर्ड ने मंजूर शुदा है, जोड़ा कि प्रेस जा रहा है और ये छापने पे, ठीक है। और तमाम जितने भी लिखने वाले लोग हैं या जो इसमें मोतबार जड़े उसने यानी कि सरपरस्त एक किस्म ने पठवारी ने, उन्हें सारे ने मुतफिका एक कायदा है, वो मुतफिका उस पर सारे ने ये राय है, सारे कंप्रोमाइज़ के लिए उसकी छापने पे। और ये नहीं कि 11 साल 12 साल तो ये पूरा छपना पे, और पूरे च तमाम लोग एक ही तहरीर एक ही अल्फाबैट के तौर पर सारे लिखने पे, कोई दुआ नहीं। लेकिन ਤੁਸੀਂ ਇਹ ਤੇ ਕਿਉਂਕਿ ਤੁਸੀਂ ਉਹਨੂੰ ਐਡਿਟ ਕਰਦੇ ਹੋ ਨਾ, ਇਸ ਮਾਰੇ ਉਹਦੀ ਇਮਲਾ ਠੀਕ ਕਰ ਲੈਂਦੇ ਹੋ ਨਾ। ਅਗਰ ਕਿਸੇ ਹੋਰ ਦੂਸਰੇ ਦੀਆਂ ਕਿਤਾਬਾਂ ਦੇਖੋ, ਇਹਨਾਂ ਦੀਆਂ ਮਤਲਬ ਮੁxtਲਫ ਰਾਈਟਰਸ ਦੀਆਂ ਕਿਤਾਬਾਂ ਦੇਖੋ, ਤੇ ਉਹਦੇ ਤੇ ਤੁਹਾਨੂੰ ਇੱਕ ਅੱਛਾ ਮੈਂ ਡਾਕਟਰ ਸਾਹਿਬ ਤੁਹਾਡੇ ਸਵਾਲ ਦਾ ਮੈਂ ਜਵਾਬ ਦਿਆਂਗਾ ਕਿ ਜਿਸ ਤਰ੍ਹਾਂ ਚਾਨਣ ਇੰਟਰਨੈਸ਼ਨਲ ਸੀ, ਫਿਰ ਆਲੇ ਇਮਰਾਨ ਸਾਹਿਬ ਦਾ ਸਰਗ ਸੀ, ਫਿਰ ਦੀਨਾ ਤੁ ਸੰਗੀ ਸੀ, ਮੁxtਲਿਫ ਅਦਵਾਰ ਮੁxtਲਿਫ ਪਠਵਾਰੀ ਦੇ ਮੈਗਜ਼ੀਨ ਛਾਇਆ ਹੋਏ। ਔਰ ਕਿਉਂਕਿ ਉਸ ਟਾਈਮ ਉਹ ਅਵਾਇਲ ਨਾ ਕੰਮ ਸੀ, ਇਬਤਦਾਈ ਕੰਮ ਸੀ, ਤਾਂ ਉਸ ਵਿੱਚ ਇਹ ਕੁਝ ਮਸਾਇਲ ਸਾਹਮਣੇ ਆਏ ਕਿ ਰਸਮ ਖਾਤ ਨਾਲ ਕੁਝ ਡਿਫਰੈਂਸ ਹੈ ਸੀ। ਲੇਕਿਨ ਜਾਂ ਪੂਰਾ 10-11 ਸਾਲ ਤੋਂ ਆ ਗਿਆ, ਤੁਸੀਂ ਗੱਲ ਕੀਤੀ ਨਾ ਤੁਸੀਂ ਖੁਦ ਇਸ ਕੀ ਕਰਦੇ ਹੋ, ਅਸਦਾ ਪੂਰਾ ਦਾ ਗਜ਼ਲ ਨੰਬਰ ਸ਼ਾਇਰ ਕੀਤਾ ਜਿਹੜਾ ਮੈਂ ਖੁਦ ਕੀਤਾ, ਉਸ ਵਿੱਚ 100 ਤੋਂ ਜ਼ਿਆਦਾ ਉਸਦੇ ਗਜ਼ਲਾਂ ਨੇ, ਫਿਰ ਨਜ਼ਮ ਨੰਬਰ ਕੀਤਾ, ਫਿਰ ਅਫਸਾਨਾ ਨੰਬਰ ਕੀਤਾ, ਫਿਰ ਹਮਦੋਨਾਦ ਨੰਬਰ ਕੀਤਾ। ਫਿਰ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ ਕਿ ਅਸੀਂ ਪਠਵਾਰ ਸਾਲ ਪਬਲੀਕੇਸ਼ਨ ਦੇ ਤਮਾਮ ਅਸੀਂ ਇੱਕ ਪਠਵਾਰੀ ਸ਼ਾਇਰੀ ਦਾ ਇੰਤਖਾਬ ਸਾਇਆ ਕੀਤਾ, ਕੋਸੇ ਕੋਸੇ ਸਾ। ਉਸ ਵਿੱਚ ਅਸੀਂ ਜਿਹੜਾ ਬੰਦਾ ਜਿਸ ਤਰ੍ਹਾਂ ਲਿਖਦਾ ਹੈ ਅਸਲ ਉਸ ਤਰ੍ਹਾਂ ਹੀ ਸ਼ਾਇਰ ਕੀਤਾ। ਸਹੀ ਜਿਹੜਾ ਤੁਸੀਂ ਸਵਾਲ ਕੀਤਾ ਸੀ ਮੁਤਫਿਕ ਨਹੀਂ, ਮੈਂ ਸਮਝਾਇਆ ਕਿ ਕਿਰੇ ਕੋਈ ਇਖਤਲਾਫ ਨਹੀਂ ਹੈ, ਸਿਰਫ ਜਿਹੜਾ ਪ੍ਰੋਬਲਮ ਹੈ ਜਾਂ ਪਿਨ ਪੁਆਇੰਟ ਹੈ, ਬੇਸਿਕ ਪੁਆਇੰਟ ਉਹ ਹੈ ਕਿ ਚੂੰਕਿ ਅਕਸਰ ਲੋਕ ਮੈਂ ਕਿਸੇ ਤੇ ਉਂਗਲੀ ਨਹੀਂ ਠਾ ਰਿਹਾ, ਜਨਰਲ ਗੱਲ ਕਰ ਰਿਹਾ ਕਿ ਬੜੇ ਬੜੇ ਸਾਰੇ ਉਰਦੂ ਦੇ ਲੋਕ ਨੇ, ਉਰਦੂ ਲਿਖਦੇ ਨਾਲ ਪਠਵਾਰੀ ਵੀ ਲਿਖਦੇ, ਮਤਲਬ ਡਾਕਟਰ ਅੰਸਾਰ ਤਰਾਬੀ ਸਾਹਿਬ ਲੈ ਲਓ, ਸ਼ਮਸ਼ੀਰ ਹੈਦਰ ਸਾਹਿਬ ਲੈ ਲਓ, ਅਫਜ਼ਾਲ ਬਾਦਲ ਲੈ ਲਓ, ਫਿਰੁੱਲਾ ਬਾਦਲ ਸਾਹਿਬ। ਹੁਣ ਉਹ ਕਿਉਂਕਿ ਉਹਨਾਂ ਦਾ ਜ਼ਿਆਦਾ ਉਹਨਾਂ ਸੁਣਨਾ ਪੰਜਾਬੀ ਜਾਂ ਉਰਦੂ ਜਾਂ ਕੋਈ ਹੋਰ ਸਟਾਫ ਹੈ, ਲੇਕਿਨ ਕਿਉਂਕਿ ਇਸ ਕਿਤੇ ਤੁਹਾਡੇ ਵਾਂਗੂ ਰਹਿ ਰਹੇ ਨੇ, ਉਹ ਪਠਵਾਰੀ ਵੀ ਲਿਖਦੇ, ਕਿਉਂਕਿ ਉਹਨਾਂ ਲੋਕਾਂ ਦਾ ਇਸ ਜ਼ੁਬਾਨ ਨਾਲ ਮੁਤਾਲਿਆ ਨਹੀਂ ਜਾਂ ਉਹਨਾਂ ਨਾਲ ਇਸ ਜ਼ੁਬਾਨ ਨਾਲ ਇਸ ਤਰ੍ਹਾਂ ਵਰਕ ਨਹੀਂ ਜਿਸ ਤਰ੍ਹਾਂ ਪੰਜਾਬੀ ਜਾਂ ਪਠਵਾਰੀ ਉਰਦੂ ਦੀ ਕਰ ਰਹੇ ਨੇ। ਇਸ ਵਾਸਤੇ ਉਹ ਜਿਸ ਤਰ੍ਹਾਂ ਕੋਈ ਚੀਜ਼ ਸਮਝ ਆਈ ਉਹਨਾਂ ਲਿਖ ਛੋੜੀ। ਲੇਕਿਨ ਜਿਹੜੇ ਜੈਨੂਅਲ ਰਾਈਟਰ ਨੇ, ਪਠਵਾਰੀ ਰਾਈਟਰ ਕਲੱਬ ਹੈ ਜਿਸ 100 ਪਠਵਾਰੀ ਰਾਈਟਰ ਅਲਹਮਦੁਲਿਲਾ ਸ਼ਾਮਿਲ ਨੇ, ਪੂਰੇ ਪਠਵਾਰ ਦੇ ਸ਼ਾਮਿਲ ਨੇ, ਪਠਵਾਰੀ ਰਾਈਟਰ ਕਲੱਬ ਪਾਕਿਸਤਾਨ। ਜਿਹੜੇ ਇਸ ਪਠਵਾਰੀ ਰਾਈਟਰ ਨੇ, ਜਿਹਨੂੰ ਮੈਂ ਕਹਾਂ ਕਿ ਜੈਨੂਅਲ ਪਠਵਾਰੀ ਰਾਈਟਰ, ਉਹ ਇਸ ਰਸਮ ਖਾਤ ਦੇ ਮੁਤਾਬਕ ਲਿਖ ਰਹੇ ਨੇ। ਮਸਲਨ AA ਵਾਲਾ ਸਿਲਸਿਲਾ ਹੈ ਜਾਂ ਹੋਰ ਕੁਝ ਇਸ ਤਰ੍ਹਾਂ ਨੇ,
ਉਹ ਉਸ ਨੂੰ ਕਾਪੀ ਕਰਕੇ ਉਹ ਵੀ ਕਾਪੀ ਕਰ ਲਿਓ। ਜਿਹੜੇ ਲੋਕ ਇਸ ਪਟਵਾਰੀ ਰਾਈਟਰ ਲਈ ਅਦਬੀ ਬੈਠਕ ਜਾਂ ਪਟਵਾਰੀ ਰਾਈਟਰ ਨੇ ਨਾਲ ਰਿਲੇਸ਼ਨ ਨਹੀਂ ਹੈ ਜਾਂ ਉਹਨਾਂ ਨਾਲ ਕਹਿ ਬਾਬ ਲਾਗੇ, ਮਤਲਬ ਪਿੰਡੀ ਅਖਤਰ ਉਸਮਾਨ ਸਾਹਿਬ ਨੇ ਇਸਲਾਮਾਬਾਦ, ਰਹਿਮਾਨ ਹਫੀਜ਼ ਸਾਹਿਬ ਨੇ, ਬਲਕਿ ਰਹਿਮਾਨ ਹਫੀਜ਼ ਸਾਹਿਬ ਵੀ ਪਟਵਾਰੀ ਰਾਈਟਰ ਕਲੱਬ ਦੇ ਮੈਂਬਰ ਹੈ। ਜਿਹੜੇ ਲੋਕ ਤੇ ਪਟਵਾਰੀ ਰਾਈਟਰ ਕਲੱਬ ਦਾ ਹਿੱਸਾ ਹੈ ਨੇ ਉਹ ਤਾਂ ਇਸ ਰਸਮ ਖਾਤੇ ਲਿਖ ਰਹੇ ਨੇ, ਔਰ ਜਿਹੜੇ ਲੋਕ ਇਸ ਤੋਂ ਹਟ ਨੇ, ਉਰਦੂ ਦਾਨ ਨੇ ਜਾਂ ਉਰਦੂ ਸ਼ਾਇਰੀ ਕਰਦੇ ਨੇ, ਉਹਨਾਂ ਨੇ ਰਸਮ ਖਾਤੇ ਥੋੜਾ ਜਿਹਾ ਫਰਕ ਹੈ। ਬਾਕੀ ਜ਼ਿਆਦਾ ਇਖਤਲਾਫ ਦੀ ਗੱਲ ਹੈ, ਕੋਈ ਐਸਾ ਮੈਂ ਸਮਝ ਨਵਾਂ ਗਿਆ। ਮੌਜੂਦ ਅੱਛਾ ਨਹੀਂ ਚਲੋ, ਹੈ। ਇਹ ਤੇ ਠੀਕ ਤੁਸੀਂ ਬੜਾ ਵਜ਼ਾਹਤ ਨਾਲ ਦੱਸ ਦਿੱਤਾ। ਤੁਸੀਂ ਇਹ ਦੱਸੋ ਕਿ ਪੰਜਾਬੀ ਤੋਂ ਇਸ ਨੂੰ ਅਲੱਗ ਕਰਨ ਦੀਆਂ ਕੋਈ 5-6 ਕੋਈ 7-8 ਨਿਸ਼ਾਨੀਆਂ ਦੱਸੋ ਕਿ ਇਹ ਪੰਜਾਬੀ ਤੋਂ ਅਲੱਗ ਜ਼ੁਬਾਨ ਹੈ। ਉਹ ਤੁਸੀਂ ਕੀ ਲਿੰਗੁਇਸਟਿਕਲੀ ਕੀ ਬੁਨਿਆਦਾਂ ਦੱਸੋਗੇ ਮੈਨੂੰ ਕਿ ਜਿਹੜਾ ਕਹੋਗੇ ਕਿ ਹਾਂ ਇਹ ਬਿਲਕੁਲ ਪੰਜਾਬੀ ਇਸ ਨੂੰ ਨਹੀਂ ਸਮਝ ਸਕਦਾ। ਜਦੋਂ ਤੁਸੀਂ ਬੋਲਦੇ ਹੋ ਦੋ ਪਟਵਾਰੀ ਤੇ ਪੰਜਾਬ ਵਾਲਾ ਇਹਨੂੰ ਨਹੀਂ ਸਮਝ ਸਕਦਾ। ਜ਼ੁਬਾਨ ਔਰ ਬੋਲੀ ਜਾਂ ਦੂਸਰੀ ਅਲੱਗ ਜ਼ੁਬਾਨ ਦਾ ਤਾਂ ਮਤਲਬ ਇਹ ਹੈ ਕਿ ਜਦੋਂ ਗੁਫ਼ਤਗੂ ਕਰ ਰਿਹਾ ਹੋਵੇ ਤੇ ਦੂਸਰਾ ਬੰਦਾ ਉਹਨੂੰ ਨਾ ਸਮਝ ਸਕੇ। ਮਸਲਨ ਪੰਜਾਬੀ ਔਰ ਸਿੰਧੀ ਅਲੱਗ ਜ਼ੁਬਾਨਾਂ ਨੇ, ਪਸ਼ਤੋ ਔਰ ਪੰਜਾਬੀ ਅਲੱਗ ਜ਼ੁਬਾਨ ਹੈ। ਪਸ਼ਤੋ ਵਾਲਾ ਬੋਲ ਰਿਹਾ ਹੋਵੇ ਤਾਂ ਪੰਜਾਬੀ ਨੂੰ ਨਹੀਂ ਸਮਝ ਆਉਂਦੀ, ਲੇਕਿਨ ਅਗਰ ਪਟਵਾਰੀ ਵਾਲਾ ਬੋਲ ਰਿਹਾ ਹੋਵੇ ਔਰ ਪੰਜਾਬੀ ਇਹਨੂੰ ਸਮਝ ਲਵੇ ਤੇ ਕਿਆ ਇਹ ਅਲੱਗ ਜ਼ੁਬਾਨ ਹੈ? ਕੋਈ 4-5-6 ਤੁਸੀਂ ਕੋਈ ਨਿਸ਼ਾਨੀਆਂ ਦੱਸੋ ਕਿ ਇਸ ਬੇਸ ਦੇ ਉੱਤੇ, ਮਤਲਬ ਇਹਦੇ ਅਲਫਾਬੈਟ ਤੁਸੀਂ ਫਾਰਸੀ ਔਰ ਅਰਬੀ ਰਸਮੁਲ ਖਾਤ ਮਤਲਬ ਅਲਫਾਬੈਟ ਅਲਫ ਬੇ ਉਹ ਹੀ ਲਈ ਹੈ ਨਾ ਤਖਤੀ। ਅੱਛਾ, ਕੋਈ ਗ੍ਰਾਮਰ ਦੇ ਕੋਈ ਐਸੇ ਅਸੂਲ ਹੋਣਗੇ ਕਿ ਜਿਹੜੇ ਪੰਜਾਬੀ ਨਾਲ ਬਿਲਕੁਲ ਅਲੱਗ ਹੋ ਰਹੇ ਹੋਣਗੇ। ਅਗਰ ਸਿਰਫ ਡਿਕਸ਼ਨ ਦੀ ਬੁਨਿਆਦ ਤੇ, ਯਾਨੀ ਕਿ ਜਿਹੜੇ ਕੋਈ ਡਿਕਸ਼ਨਰੀ ਦੇ ਵਿੱਚ ਲਫ਼ਜ਼ ਜਿਹੜੇ ਕਿ ਖਾਸ ਇਸ ਇਲਾਕੇ ਵਾਸਤੇ ਮਖਸੂਸ ਨੇ, ਨਹੀਂ ਪਠਵਾਰ ਵਾਸਤੇ ਮਖਸੂਸ ਲਫ਼ਜ਼ ਨੇ, ਉਹ ਪੰਜਾਬ 'ਚ ਨਹੀਂ ਬੋਲੇ ਅਮਜਦ ਜਾ ਸਾਹਿਬ ਰਹੇ ਹੁਣ ਤੇ ਉਹ ਥੋੜਾ ਜਿਹਾ ਕੋਈ 4-5 ਮੇਰੇ ਨਾਲੇਜ ਵਾਸਤੇ ਜ਼ਰਾ ਇਜ਼ਾਫਾ ਕਰ ਦਿਓ। ਮੇਰੇ ਹੁਣ ਲੈਪਟਾਪ ਪਿਆ ਵਾ ਜਿਹੜਾ ਮੈਂ ਹੁਣ ਨਹੀਂ, ਜੋ ਤੁਹਾਨੂੰ ਲੈਪਟਾਪ ਤੇ ਨਹੀਂ ਜਾਣਾ ਨਾ ਕਿਤਾਬਾਂ ਮੇਰੀ ਗੱਲ ਜ਼ੁਬਾਨੀ ਗੱਲ ਕਰੋ, ਜ਼ੁਬਾਨੀ ਜ਼ੁਬਾਨੀ ਉਹਦੀ ਐਡਵੋਕੇਸੀ ਕਰੋ ਕਿ ਹਾਂ ਇਹ 1 2 3 4 ਜ਼ੁਬਾਨੀ ਸਾਰਾ ਚੈਪਟਰ ਵੀ ਯਾਦ ਨਹੀਂ ਤੇ ਮੈਂ ਉਸकी ਵਜ਼ਾਹਤ ਕਰ ਸਕਣਾ। ਉਹ ਮੈਂ ਤੁਹਾਨੂੰ ਪੂਰਾ ਜਿਹੜੇ ਜ਼ੁਬਾਨ ਹੈ ਨਾ ਔਰ ਜ਼ੁਬਾਨ ਕਿਉਂ ਮਤਲਬ ਬਣੀ ਅਲੱਗ ਬਣੀ ਐਸੇ ਇਸਮ ਜ਼ਬੈਰ ਜਿਹੜੇ ਵੇ ਤੇ ਜਾਂ ਉਸਨੇ ਬਾਕੀ ਜਿਹੜੇ ਜ਼ਬਰ ਮਿਸਾਲਾਂ ਜਾਂ ਉਸਨੇ ਬਾਕੀ ਚੀਜ਼ਾਂ ਜਾਂ ਪਠਵਾਰੀ ਨੇ ਉਹ ਪੰਜਾਬੀ ਤੋਂ ਅਲੱਗ ਹੀ ਉਹ ਮੈਂ ਪੂਰਾ ਚੈਪਟਰ ਦਿੱਤਾ ਵਾ। ਜਿਸ ਤਰ੍ਹਾਂ ਉਹ ਮੁਕਾਲਾ ਹੈ ਸੀ ਨਾ ਤਾਂ ਇਨਸ਼ਾਅੱਲਾ ਤੁਸੀਂ ਗੋਸ਼ੋ ਗੁਜ਼ਾਰ ਹੋ ਸੀ ਕਿਤਾਬ ਤੇ ਸਭ ਪੜ੍ਹਿਆ ਇਸकी तो पूरा चैप्टर है सब पर कि ये पंजाबी और पठवारी ना आपस में क्या फ़र्क है। मैं लिखे हूँ ठीक है पंजाबी का पठवारी से फ़र्क बिल्कुल ठीक हो गया। अच्छा, ये दसो कि पंजाबी पठवारी जुबान की तहरीक कुछ 2-4 साल तो मैं देख रहा थोड़ी जी जान पकड़ रही है। जो ਜਿਹੜੇ ਲੋਕ ਇੱਥੇ ਸਾਡੇ ਸਿੱਖ ਹਜ਼ਰਾਤ ਔਰ ਹਿੰਦੂ ਸਨ ਉਹ ਵੀ ਪਟਵਾਰੀ 'ਚ ਲਿਖਦੇ ਰਹੇ ਔਰ ਬਹੁਤ ਸਾਰੇ ਲੋਕ ਮੈਨੂੰ ਯਾਦ ਨੇ ਕਿ ਉਹਨਾਂ ਨੇ ਲਿਖਿਆ। ਉਹ ਜਿਹੜਾ ਵੀ ਲਹਿਜਾ ਸੀ, ਲਹਿਜਾ ਦੇ ਪਟਵਾਰੀ ਸੀ, ਮਤਲਬ ਬੋਲਣ ਦੇ ਵਿੱਚ ਤੇ ਉਹ ਪਟਵਾਰੀ ਸੀ ਲੇਕਿਨ ਲਿਖਣ ਦੇ ਵਿੱਚ ਉਹ ਪੰਜਾਬੀ ਦੀ ਤਰ੍ਹਾਂ ਲਿਖਦੇ ਸਨ। ਤੇ ਇਹਨੂੰ ਕੀ ਤੁਸੀਂ ਕਹੋਗੇ ਕਿ ਮਤਲਬ ਉਹ ਕਿਉਂ ਇਸ ਤਰ੍ਹਾਂ ਕਰਦੇ ਸਨ? ਡਾਕਟਰ ਸਾਹਿਬ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ। ਦੇਖੋ ਪਟਵਾਰੀ ਨਹੀਂ ਪਹਿਲੀ ਕਿਤਾਬ ਜਿਹੜੀ ਕੱਚੇ ਘੜੇ ਬਾਕੀ ਸਿੱਦੀਕੀ ਸਾਹਿਬ ਦੀ और बाकी सिद्दीकी साहब बसीयत ब्रॉडकास्टर, बसीयत कंपेयर, बसीयत राइटर, ड्रामा राइटर और मुख्तलिफ असनाफ ने लिखा। उनके कोई ज़ुबान जिस टाइम लिखना शुरू होएगी ज़ाहिर बात है कि डे फर्स्ट टाइम रिफाइन नहीं होएगी। सही मैं चीज़ें गल की डिक्शन की कि जिहड़ा लहजा इत्थे दा अगर वो लहजा उन्होंने लफ्ज़ां बोल रहा, बड़ी प्यारी मैं गल करना चाहता तुसीं किहा सी कि पंजाबी और पठवारी दा डिफरेंस के मैं अर्ज़ करांगा कि मेरी माँ जिस लहजे बोलदी ਜਾਂ ਜਿਹੜਾ मैं सारी जिंदगी सुनिया मैं एक लिखा सी कि बेन उन्हें लफ्ज़ा ना जिस बड़े कन्ना पटवारी ने मिश्री कोली। और जिस अंदाज मेरी माँ बोलिया, जिस तरह मैं सुनिया और सारी जिंदगी उस सुनी के मैं अमल किया और मैं उस लहजे छोड़ के कोई होर लहजे जो मैं ना सुनिया ना मेरी माँ सुनिया। नहीं, मैं ये नहीं कह रहा, इस वास्ते सवाल नहीं सी। मैं जरूर गल करनी सी कि चूंकि इस इलाके जो लहजा बोलिया गया पटवारी है, अगर उस लहजे फालतू से मान लिए कि पंजाबी फिर वो जो मेरी माँ का लहजा सी, मेरी मदर लैंगुएज का लहजा सी, वो पंजाबी की किताबां, पंजाबी की लोगात, पंजाबी के डिक्शनरी होना चाहिए सी। है मौजूद है वे तो न होने बराबर है। वो जो तुसी सवाल कीता वो तो देखो महदूद है। महदूद है वजह है ना कि आज तो 20-25-30 साल पहले तुसी 40 साल पहले चले जाओ, ਅਸੀਂ ਸਿਆਲਕੋਟ ਤੋਂ ਬੈਠਦੇ ਹੁੰਦੇ ਸੀ ਤੇ ਇੱਕ ਬੱਸ ਇਧਰੋਂ ਜਾਂਦੀ ਸੀ, ਉੱਥੇ ਸਿਆਲਕੋਟ ਪਹੁੰਚਦੀ ਸੀ ਤੇ ਦੂਸਰੀ ਇੱਥੇ ਆਉਂਦੀ ਸੀ। ਸਮਝ ਰਹੇ ਹੋ? ਐਸੇ ਹੀ ਯਾਨੀ ਕਿ ਜਦੋਂ 2 ਰੁਪਏ ਕਿਰਾਇਆ ਹੁੰਦਾ ਸੀ ਸਿਆਲਕੋਟ ਤੋਂ ਇੱਥੇ ਦਾ ਤੇ ਉਦੋਂ ਤੋਂ ਮੈਂ ਸਫ਼ਰ ਕਰਨਾ ਸ਼ੁਰੂ ਕੀਤਾ।
ਔਰ ਇੱਕ ਬੱਸ ਜਦੋਂ ਰੋਡ ਦੇ ਉੱਤੇ ਆ ਜਾਂਦੀ ਸੀ ਉਹਦੇ ਸਾਹਮਣੇ ਤੇ ਉਹ ਇੱਕ ਸਾਈਡ ਤੇ ਖੜੀ ਹੋ ਜਾਂਦੀ ਸੀ ਤੇ ਫਿਰ ਇੱਕ ਲੰਘਦੀ ਹੁੰਦੀ ਸੀ। ਐਸੇ ਠੀਕ ਹੈ ਨਾ, ਇਹਦਾ ਮਤਲਬ ਹੈ ਕਿ ਕਮਿਊਨੀਕੇਸ਼ਨ ਦੇ ਜ਼ਰਾਏ ਬਹੁਤ ਘੱਟ ਸਨ। ਟਾਈਮ ਟੂ ਘੱਟ ਟਾਈਮ ਸਨ। ਹੁੰਦੇ ਨੇ। ਵਕਤ ਦੇ ਨਾਲ ਨਾਲ ਦੇਖੋ ਨਾ, ਹੁਣ ਤੁਸੀਂ ਸਿਆਲਕੋਟ 4 ਘੰਟੇ 'ਚ ਪਹੁੰਚ ਜਾਂਦੇ, ਉਦੋਂ ਅਸੀਂ 12 ਘੰਟਿਆਂ 'ਚ ਵੀ ਪਹੁੰਚਦੇ ਰਹੇ ਹਾਂ। ਫਰਕ ਤੇ ਆਇਆ ਹੁਣ ਕਮਿਊਨੀਕੇਸ਼ਨ 'ਚ। ਹੁਣ ਇੱਥੋਂ ਮੰਦਰੇ ਹੀ ਆਉਣਾ ਹੁੰਦਾ ਸੀ, ਫਰਜ਼ ਕਰੋ ਮੈਨੂੰ ਅਗਰ ਬੱਸ ਤੇ ਆਉਣਾ ਪੈਂਦਾ ਤਾਂ 2-3 ਘੰਟੇ ਲੱਗ ਜਾਣੇ ਸਨ, ਲੱਗ ਜਾਣਾ। ਕਿਉਂਕਿ ਘੰਟਾ ਡੇਢ 2 ਤੇ ਤੁਹਾਡੇ ਉੱਥੋਂ ਸ਼ਹਿਰੋਂ ਨਿਕਲਦੇ ਹੀ ਰਵਾਤ ਤੱਕ ਹੀ ਲੱਗ ਜਾਂਦਾ ਹੈ। ਲੇਕਿਨ ਮੈਂ ਇੱਥੇ ਘੰਟੇ 'ਚ ਪਹੁੰਚ ਗਿਆ। ਕਮਿਊਨੀਕੇਸ਼ਨ ਦੇ ਨਾਲ ਲੋਕਾਂ ਦਾ ਆਪਸ 'ਚ ਮਿਲਣਾ ਗਿਲਣਾ ਜ਼ਿਆਦਾ ਹੋਇਆ, ਜਿਹਦਾ ਨਤੀਜਾ ਹੈ ਕਿ ਲਫ਼ਜ਼ ਇੱਕ ਦੂਸਰੇ ਨੂੰ ਲੋਕ ਸਮਝਣਾ ਸ਼ੁਰੂ ਹੋਏ ਨੇ। ਅੱਜ ਤੋਂ 40 ਸਾਲ 50 ਸਾਲ ਪਹਿਲੇ ਇਸ ਤਰ੍ਹਾਂ ਦੀ ਸੂਰਤ-ਹਾਲ ਨਹੀਂ ਸੀ। ਮਤਲਬ ਲੋਕਾਂ ਦਾ ਆਪਸ 'ਚ ਮਿਲਣਾ ਗਿਲਣਾ ਬਹੁਤ ਘੱਟ ਸੀ। ਸ਼ਰਾਜ਼ ਤਾਹਿਰ ਸਾਹਿਬ ਲਾਹੌਰ ਵੀ ਰਹਿ ਕੇ ਆਏ ਨੇ, ਇਹਨਾਂ ਨੂੰ ਪਤਾ ਹੈ ਕਿ ਕਿੰਨੇ ਲੋਕ ਸਨ ਜਿਹੜੇ ਉੱਥੇ ਪਟਵਾਰੀ ਲਾਹੌਰ ਜਾ ਕੇ ਤੇ ਰਹੇ, ਮਤਲਬ ਨਹੀਂ ਸਨ ਕਰਦੇ ਲੋਕ, ਨਾ ਹੋਣ ਦੇ ਬਰਾਬਰ ਸੀ। ਤਾਂ ਜ਼ਾਹਿਰ ਹੈ ਕਿ ਜਦੋਂ ਇੱਕ ਇਲਾਕੇ ਦੇ ਲੋਕ ਦੂਸਰੀ ਜਗ੍ਹਾ ਸ਼ਿਫਟ ਹੀ ਨਹੀਂ ਹੁੰਦੇ, ਉੱਥੇ ਮਿਲਣਾ ਗਿਲਣਾ ਘੱਟ ਹੁੰਦਾ, ਤੇ ਫਿਰ ਉਹਨਾਂ ਦੀ ਲਫ਼ਜ਼ਾਲੀ ਵੀ ਤੇ ਘੱਟ ਹੀ ਜਾਏਗੀ ਨਾ ਅੱਗੇ। ਬਿਲਕੁਲ ਠੀਕ ਹੈ ਜੀ। ਹੁਣ ਤੁਹਾਡੇ ਸਵਾਲ ਸਾਈਡ ਆਉਂਦੇ ਆ ਕਿ ਸ਼ੁਰੂ 'ਚ ਕਿਤਾਬਾਂ ਛਪੀਆਂ ਉਹਨਾਂ ਦਾ ਡਿਕਸ਼ਨ ਲਹਿਜਾ ਪਟਵਾਰੀ ਸੀ, ਲਿਖਣ ਅੰਦਾਜ਼ ਉਹ ਪੰਜਾਬੀ ਸੀ। ਹੁਣ ਅਗਰ ਅਸੀਂ ਪਟਵਾਰੀ ਦੀ ਇਬਤਦਾਈ ਸਫ਼ਰ ਦੀ ਗੱਲ ਕਰੀਏ ਨਾ, ਮੈਂ ਇੱਕ ਲਿਖਿਆ ਸੀ ਮੁਕਾਲਿਆ ਪਟਵਾਰੀ ਜ਼ੁਬਾਨ ਦਾ ਕਿਤਾਬੀ ਸਫ਼ਰ, ਜਿਵੇਂ 1918 ਦਾ ਦੌਰ ਹੈ ਜਾਂ ਉਸ ਤੋਂ ਅਵੈਲ ਦੇ ਦੌਰ ਵਿੱਚ ਪਟਵਾਰੀ ਤਰੀਰੀ ਸ਼ਕਲ ਜਾਣਾ ਸ਼ੁਰੂ ਹੋਈ, ਯਾਨੀ ਕਿ ਅੱਜ ਸਦੀ ਪਹਿਲੇ। ਅਗਰ ਪਟਵਾਰੀ ਨੇ ਇਬਤਦਾਈ ਦੇਖਿਆ ਜਦੋਂ ਪਟਵਾਰੀ ਨੇ ਇਬਤਦਾ ਸੀਰਫੀ ਤੋਂ ਹੋਈ, ਚੌਮਿਸਰੇ ਤੋਂ ਬੈਤਾਂ ਤੋਂ ਹੋਈ, ਸਟਨੀਆਂ ਤੋਂ ਹੋਈ। ਅਦਰ ਜਿਹੜਾ ਚੌਮਿਸਰਾ ਪਟਵਾਰੀ ਲਿਖਿਆ ਗਿਆ ਔਰ ਹੁਣ ਲਿਖਿਆ ਜਾ ਰਿਹਾ, ਔਰ ਸ਼ੁਰੂ ਦਾ ਚੌਮਿਸਰਾ ਦੇਖੋ ਤਾਂ ਬਿਲਕੁਲ ਸ਼ਾਇਦ ਉਸ ਪਟਵਾਰੀ ਦੇ ਨਾ ਹੋਣ ਦੇ ਬਰਾਬਰ ਅਲਫਾਜ਼ ਨੇ, ਔਰ ਬਹੁਤ ਜ਼ਿਆਦਾ ਲਿਖਿਆ ਗਿਆ, ਬਹੁਤ ਜ਼ਿਆਦਾ ਮਕਬੂਲ ਵੀ ਹੋਇਆ। ਲੇਕਿਨ ਅੱਜ ਜਿਹੜੇ ਦੋਸਤ ਪਟਵਾਰੀ ਚੌਮਿਸਰਾ ਲਿਖ ਰਹੇ ਨੇ, ਜਿਸ ਤਰ੍ਹਾਂ ਯਾਸਰ ਕਿਆਨੀ ਸਾਹਿਬ ਦੇ ਵਾਲਿਦ ਸਾਹਿਬ ਸ਼ੇਖ ਜ਼ਮਾਨ ਮਿਰਜ਼ਾ ਸਾਹਿਬ, ਉਹਨਾਂ ਦਾ ਠੇਠ ਪਟਵਾਰੀ ਵਿੱਚ ਚੌਮਿਸਰਾ ਹੈ। मतलब कि जहाँ जहाँ टाइम चेंज ਹੁੰਦਾ ਗਿਆ ਉਹ ਆਟੋਮੈਟਿਕਲੀ ਆਪਣੀ ਪਟਵਾਰੀ ਨੇ ਅਸਲ ਸੁਭਾ ਚ ਆ ਗਏ ਨੇ। ਇਸਲੇ ਬਹੁਤ ਸਾਰੇ ਜੋ ਰਹੇ। ਅੱਛਾ ਚਲੋ ਅਸੀਂ ਮਤਲਬ ਬੁਨਿਆਦੀ ਤੌਰ ਦੇ ਤੇ ਸਾਡਾ ਤੁਹਾਡੇ ਨਾਲ ਬੈਠਣ ਦਾ ਮੇਰਾ ਕੋਈ ਇਖਤਲਾਫੀ ਗੱਲ ਕੱਢਣਾ ਨਹੀਂ ਸੀ, ਨਾ ਹੀ ਉਹ ਮਤਲਬ ਸੀ ਕਿ ਅਸੀਂ ਕੋਈ ਮੈਂ ਸਾਬਤ ਕਰਾਂ ਕਿ ਪੰਜਾਬੀ ਦਾ ਡਾਇਲੈਕਟ ਹੈ। ਠੀਕ ਹੈ ਨਾ, ਤੁਹਾਡਾ ਹੱਕ ਹੈ। ਇਹਦੇ ਬਾਰੇ ਚ ਬਹੁਤ ਅੱਛਾ ਜੁਮਲਾ ਕਿਸੇ ਨੇ ਕਿਹਾ ਸੀ, योर डायलैक्ट इज़ ए लैंग्वेज इफ़ यू हैव एन आर्मी। अगर तुहाडे पिछे अवामी ताकत फौज नहीं, अगर तुहाडे पिछे अवामी ताकत होवे तो तुहाडी बोली भी जुबान बन जाती है। और तुहाडी योर लैंग्वेज इज़ ए डायलैक्ट इफ़ यू डोंट हैव एन आर्मी। अगर तुहाडे पिछे ताकत नहीं है तो बड़ी जुबान भी छोटियां बन जाती, ठीक है ना। ਤੇ ਉਹ ਤੇ ਉਸ ਹਵਾਲੇ ਨਾਲ ਠੀਕ ਹੈ। ਮੈਂ ਤਾਂ ਸਿਰਫ ਜਾਣਨਾ ਹੀ ਚਾਹ ਰਿਹਾ ਸੀ ਕਿ ਤੁਸੀਂ ਕਿਉਂਕਿ ਪਟਵਾਰੀ 'ਚ ਹੀ ਲਿਖਦੇ ਹੋ, ਬਹੁਤ ਲਿਖਿਆ ਤੁਸੀਂ, ਤੇ ਇਸ ਹਵਾਲੇ ਨਾਲ ਥੋੜਾ ਜਿਹਾ ਤੁਹਾਡੇ ਨਾਲ ਉਹ ਸਾਂਝੇ ਅਲਫਾਜ਼ ਸਾਂਝੇ ਕਰ ਲਓ। ਜਿਹੜਾ ਤੁਸੀਂ ਇੰਟਰਵਿਊ ਕਰਨੇ ਹੁਣ ਤੇ ਇਹ ਇੱਕ ਬਰਾਦਰਾਨਾ ਇੰਟਰਵਿਊ ਹੈ। ਨਹੀਂ ਮੇਰੀ ਗੱਲ ਮੇਰੀ ਗੱਲ ਸੁਣੋ ਜੀ। ਤੁਸੀਂ ਇੱਕ ਅਸਰ ਤੋਂ ਹਟ ਕੇ ਇੱਕ ਥੋੜਾ ਬਿਹਤਰ ਸਤਹ ਪਰ ਕੰਮ ਕਰਨੇ ਹੋਵੇ। चलो कह लो कि मैं इस्लामाबाद रहना, तुसी इत्थे रहंदे हो। अगर मैं आखां सो कि एज ए स्कॉलर हो असां वाला सिखने पे या असां वर्क करने पे ते चूंकि असां ने जेह्ड़ी पटवारी है लैंग्वेज है या कम करने लोग उन्हां विच हाई क्लास ने बंदे नहीं है, उन्हां च PhD वाले स्कॉलर वाले और भी इस किस्म बंदे नहीं जेह्ड़ी जुबान के बारे बहुत सारी चीज़ां की असल कमी ये रही है ना साडे कि जेह्ड़े स्कॉलर सन उन्हां ने भी मसलन अख्तर इमाम रिजवी बहुत बड़ा स्कॉलर सी, लेकिन उन्होंने भी अपने आप को महदूद की रखिया, सिर्फ वो मजालिस तक ही अपने आप मतलब उन्हें महदूद कर दिता। किसी दौर दे विच इत्थे 60s दे विच तहरीक बाकायदा चली सी, जिस तरह सराइकी चली है ना, इस तरह पटवारी दी भी चली सी, लेकिन वो तहरीक कामयाब नहीं हुई लैंग्वेज के हवाले नाल, क्योंकि पिछे स्कॉलरली वर्क उतना नहीं कर सकिया। तो जुबान जिहड़ी बोली हुंदी है पहले तो वो ज़ाहिर है फोकलोर च ही होंदी है, लोग कहानियां नज़र आती है, लोग गल्लां बातें ही होंदियां, लेकिन जो तहरीर च आती है तो फिर रिफाइन होना शुरू होती है और पहले शायरी लिखी जाती है, इस तो बाद नसर की तरफ लोग आते हैं। लेकिन जी 60s की तहरीक सी उहदे विच भी मेरा 2-4 दफ़ा मैं इंटरव्यू किया अख्तर इमाम रिजवी साहब का, होर भी दिलपजीर शाह नाल। उन्हां दा ख्याल सी कि असी क्योंकि जिस खिते च रहने आ ये खिता इतना लताड़िया गया है इन्वेडर्स अजे तक होश ही नहीं आ रही कि असी अपने आप नू मतलब सूरत आवे ते असी अपनी जुबान दे संभाल दे उत्ते गल करिए।
ਤੇ ਉਹ ਤੇ ਠੀਕ ਹੈ ਉਹਨਾਂ ਦੀ ਗੱਲ ਇਸ ਹਵਾਲੇ ਨਾਲ। ਅੱਛਾ ਅਸੀਂ ਅਗਲਾ ਸਵਾਲ ਕਰਨਾ ਤੁਹਾਡੇ ਨਾਲ ਕਿ ਤੁਸੀਂ ਅੱਛਾ ਮੈਂ ਇਸ ਨਾਲ ਇੱਕ ਛੋਟਾ ਜਿਹਾ ਜੀ, ਜੀ, ਜੀ। ਉਹ ਐਡ ਕਰਨਾ ਕਿ बदकिस्मती यही है कि सदर यूब साहब ने कराचियों पटिया दरगलावा तो पिंडी के नहीं आंदा सही ਜਿਹੜੀ ਪਿੰਡੀ ਨਹੀਂ ਰਹੀ ਸੀ ਤੁਸੀਂ ਕਿ ਲਤਿਆਣ ਵਾਲੀ ਗੱਲ ਜਿਹੜੀ ਬਾਕੀ ਰਹੀ ਸੀ ਉਹ ਸਾਡੀ ਸਕਾਫਤ और कल्चर बेलाल था तो उसकी भी लाहौर तबाह किया ਇਹ ਇਸਲਾਮਾਬਾਦ ਅਸੀਂ ਨੇ ਜਿੱਥੇ ਸਵਾਰਤ ਖਾਨੇ ਆਏ ਬਾਹਰੋਂ ਲੋਕ ਸਾਰੇ ਗ੍ਰਾਂ ਸੀ ਗ੍ਰਾਂ ਸੀ ਉਹ ਗ੍ਰਾਂ ਦੀ ਤਹਿਜ਼ੀਬ ਖਤਮ ਹੋਈ ਔਰ ਅਸਲ ਜ਼ੁਬਾਨ ਫਲਾਂ ਦੇ ਬਾਗ ਸਨ ਇੱਥੇ ਤੁਸੀਂ ਰਾਵਲ ਡੈਮ ਜਾਓ ਪਰੇ ਸੈਦਪੁਰ ਜਾਓ ਪਰੇ ਜਨਾਬ ਨੂਰਪੁਰ ਸ਼ਾਹ ਬਰੀਮਾਮ ਇੱਧਰ ਤੁਸੀਂ ਗੋਲੜੇ ਵਾਲੀ ਸਾਈਡ ਸਾਰੇ ਆਲੂ ਬੁਖਾਰੇ ਦੇ ਕੁਰਬਾਨੀਆਂ ਦੇ ਅੰਬਾਂ ਦੇ ਬਾਗ ਸਨ ਅਸੀਂ ਤੇ ਲਈ ਦਾ ਪਾਣੀ ਪੀਂਦੇ ਰਹੇ ਆ ਮਤਲਬ ਮੈਂ ਐਸਾ ਦੋ ਰਿਹਾ ਸੀ ਮੈਂ ਬਚਪਨ ਦੇ ਵਿੱਚ ਲਈ ਦਾ ਬਕਾਇਦਾ ਨੜਾਲਾ ਜਿਹੜਾ ਗ੍ਰਾਂ ਸੀ ਜਿੱਥੇ ਉੱਥੇ ਜਿੱਥੇ ਆਈ ਨਾ ਨੇ ਅੱਜਕੱਲ ਉੱਥੇ ਅਸੀਂ ਬਕਾਇਦਾ ਖੇਡਣ ਜਾਣਾ ਕਰਨਾ ਔਰ ਉੱਥੋਂ ਦਾ ਪਾਣੀ ਜਦੋਂ ਉਤਰੇ ਲੱਗਣੀ ਤੇ ਪਾਣੀ ਪੀਣਾ ਕਰਨ ਲਈ ਦਾ ਅੱਜ ਤੁਸੀਂ ਉਹਦੇ ਕੋਲ ਸਭ ਤੋਂ ਜ਼ਰਖੇਜ਼ ਜਿਹੜਾ ਇਲਾਕਾ ਮਿੱਟੀ ਸੀ ਨਾ ਉਹ ਇਹ ਸੀ ਜਿੱਥੇ ਇਸਲਾਮਾਬਾਦ ਬਣਿਆ ਸਹੀ ਪਿੰਡੀ ਨਹੀਂ ਇਤਨੀ ਨਹੀਂ ਸੀ ਪਿੰਡੀ ਪ੍ਰਾਪਰ ਜਿਹੜਾ ਸ਼ਹਿਰ ਹੈ ਇਸ ਨਾਲ ਇਤਨਾ ਜ਼ਮੀਨਾਂ ਵੀ ਕੋਈ ਨਹੀਂ ਸਨ ਇਸਲੀਆਂ ਜਿਹੜੀਆਂ ਸਨ ਉਹ ਵੀ ਪਹਾੜੀ ਸਨ ਨੀਮ ਪਹਾੜੀ ਉੱਥੇ ਛੋਟੀ ਛੋਟੀਆਂ ਮਤਲਬ ਹੈ ਕੋਈ ਖੇਤ ਸਨ ਤੇ ਜਿਹੜਾ ਅਸਲ ਜ਼ਰਖੇਜ਼ ਇਲਾਕਾ ਸੀ ਨਾ ਤੇ ਖੂਬਸੂਰਤ ਖੇਤ ਖੂਬਸੂਰਤ ਬਾਗ ਖੂਬਸੂਰਤ ਪਾਣੀ ਇਕੱਠੇ ਇਸ ਨਾਲ ਬਾਅਦ ਦਾ ਇਲਾਕਾ ਸੀ ਬਿਲਕੁਲ ਸਹੀ ਅੱਛਾ ਇਹ ਦੱਸੋ ਕਿ ਤੁਸੀਂ ਇਹ ਸਮਝਦੇ ਹੋ ਕਿ ਸਾਡੀ ਪੋਠੋਹਾਰੀ ਨੂੰ ਜਾਂ ਪੰਜਾਬੀ ਨੂੰ ਜਾਂ ਪਾਕਿਸਤਾਨੀ ਜ਼ੁਬਾਨਾਂ ਨੂੰ ਸਾਡੀ ਬਿਊਰੋਕ੍ਰੇਸੀ ਨੇ ਖਰਾਬ ਕੀਤਾ ਹੈ ਜਾਂ ਕਿ ਸਿਆਸਤਦਾਨਾਂ ਖਰਾਬ ਕੀਤਾ ਜਾਂ ਕਿ ਰਾਈਟਰਸ ਨੇ ਖੁਦ ਹੀ ਇਹਦੀ ਅਹਿਮੀਅਤ ਨੂੰ ਨਹੀਂ ਸਮਝਿਆ ਤੁਹਾਡਾ ਕੀ ਖਿਆਲ ਹੈ ਵਾਰੀ ਵਾਰੀ ਜਵਾਬ ਦੇ ਦਿਓ अच्छा डॉक्टर साहब इस तो पहले कि शराज साहब इस सवाल के जवाब देने मैं इस तो पहले सवाल गुजरा तो मैंने गल करांगा कि ये हकीकत है कि ਜਿਹੜੇ ਸਕਾਲਰ ਟਾਈਪ ਲੋਕ ਸਨ ਜਿਹੜੇ ਬੜੇ ਕੈਨਵਸ ਤੇ ਕੰਮ ਕਰਨ ਵਾਲੇ ਲੋਕ ਸਨ ਉਹ ਨਾ ਪਠਵਾਰੀ ਨੂੰ ਕੰਮ ਨਹੀਂ ਕਰ ਸਕੇ ਯਾਨੀ ਪਠਵਾਰ ਨਹੀਂ ਬਿਆਰੀ ਨਹੀਂ ਕਰ ਸਕੇ ਪਠਵਾਰੀ ਜ਼ਬਾਨ ਨਹੀਂ ਕਲਚਰ और लिटरेचर ने वाला लेकिन अल्हम्दुलिल्लाह आज ने जिस दौर से बैठे थे कि आज ने दौर पठवारी ने इतना लिटरेचर सामने आ रहा और लोग लिख रहे कि उम्मीद की जा सकनी कि पठवारी ਜ਼ਬਾਨ है फुकदान सी लिटरेचर वाला पूरा हो जाए मतलब कि हुण 75 ने करीब पठवारी किताबां पब्लिश हो चुकी ने ते मैं समझा कि उस 75 ने 3 लोगात ने साढ़े ड्रामे ने साढ़े फीचर है साढ़ा नावल है मतलब अदब नहीं कोई सनाफ नहीं जिहड़े उस किताब इस मौजूदा दौर विच ना होए ये तो गल हो गई कि हुण अल्हम्दुलिल्लाह और मजीद दी गल मैं करना चाह रहा सी कि सईद फराज साहब ने वो जनाब पठवारी जुबान अदब थे लामा इकबाल ओपन यूनिवर्सिटी ही थू PhD का मुकाला सबमिशन हो चुका था फिर मुबशर सुबानी साहब ने सईद फराज साहब ਦਾ ਜਿਹੜਾ ਮੁਕਾਲਾ ਸੀ ਉਹ ਮੈਂ ਸੁਪਰਵਾਈਜ਼ਰ जी जी बिल्कुल तो मैं चाहना सी जरूर जरूरी सी और मुबशर सुबानी साहब ने उन्होंने एमफिल दा कीता है जनाब आजाद कश्मीर तो तलब के उन्होंने तो ये नहीं कि अल्हम्दुलिल्लाह उन्होंने जो स्कॉलर सतह दे काम सी वो होना शुरू हो गया सही लेकिन सईद फराज भी पठवारी नहीं है ना ना ਇਹ ਤਾਂ ਕ੍ਰੈਡਿਟ ਜਾ ਰਿਹਾ ਕਿ अच्छा ਤੁਸੀਂ ਸਵਾਲ ਕੀਤਾ ਨਾ ਕਿ नहीं मैं ਜਿਹੜਾ ਸਵਾਲ ਜ਼ੁਬਾਨਾਂ ਕੀ ਜਿਹੜਾ ਨਾ ਨੁਕਸਾਨ ਜੀ ਨੁਕਸਾਨ ਕਿਨੇ ਪਹੁੰਚਾਇਆ ਮਤਲਬ ਤੁਸੀਂ ਅਗਰ ਇੱਕਦਮ ਸਵਾਲ ਮੈਂ ਤੁਹਾਨੂੰ ਕਰਾਂ ਕਿ ਜੀ ਬਿਊਰੋਕ੍ਰੇਸੀ ਸੀ ਜਿਨੇ ਇੱਥੇ ਲੋਕਲ ਜ਼ੁਬਾਨਾਂ ਨੂੰ ਪਾਕਿਸਤਾਨੀ ਜ਼ੁਬਾਨਾਂ ਨੂੰ ਨਹੀਂ ਅੱਗੇ ਆਉਣ ਦਿੱਤਾ ਜਾਂ ਕਿ ਸਿਆਸਤਦਾਨ ਸੀ ਜਿਨੇ ਇਹਦੀ ਅਹਿਮੀਅਤ ਨਹੀਂ ਸਮਝੀ ਜਾਂ ਆਵਾਮ ਸੀ ਜਿਹਦੀ ਇਹ ਜ਼ਰੂਰਤ ਨਹੀਂ ਸੀ ਇਹਨਾਂ ਤਿੰਨਾਂ ਚੋਂ 1 2 3 ਕਿਹੜੀ ਕੈਟਾਗਰੀ ਤੁਸੀਂ ਰੱਖੋਗੇ ਇਹ ਸਾਰੇ ਅਵਾਮਲ ਸ਼ਾਮਲ ਨੇ ਅੱਛਾ ਸਭ ਤੋਂ ਬੜਾ ਨਹੀਂ ਨੰਬਰ 1 2 3 ਕਰੋ ਸਭ ਤੋਂ ਪਹਿਲਾਂ ਕਿਹੜੇ ਤਬਕਾ ਸੀ ਜਿਨੇ ਸਾਡੀਆਂ ਜ਼ੁਬਾਨਾਂ ਨੂੰ ਪਾਕਿਸਤਾਨੀ ਜ਼ੁਬਾਨਾਂ ਪਹਿਲਾਂ ਤਾਂ ਸਾਡੀ ਬਿਊਰੋਕ੍ਰੇਸੀ ਹੈ ਠੀਕ ਹੈ ਜਿਹੜੀ ਮਤਲਬ ਹੈ ਇੰਗਲਿਸ਼ ਵਗੈਰਾ ਦੂਸਰਾ ਇਹਨਾਂ ਚੀਜ਼ਾਂ ਕੀ ਜ਼ਿਆਦਾ ਮਕਬੂਲ ਕਰਨੀ ਪਈ ਤੇ ਦੂਆ ਆ ਕਿ ਇੱਥੇ ਜਿਹੜੇ ਸਿਆਸਤਦਾਨ ਸੇ ਉਹਨਾਂ ਮਤਲਬ ਹੈ ਕਿ इस ज़बाना की महसूस नहीं किया अगर वो ज़बाना की महसूस करने क्योंकि ज़ुबान जिस उस मरनी शुरू होगी उसने जिस उसने कोई अहमियत नहीं रहनी किसी कोई मुलाजमत नहीं सरकारी नौकरी नहीं कोई कुछ नहीं अगर पढ़ सा PhD कर सा तो क्या करना उसको इस वास्ते जितनियाँ ज़बाना ज़्यादा इस वास्ते मुहैया कि उन्होंने कोई अगे कोई अप्रोच को नहीं अगे कोई उन्होंने स्कोप कोई नहीं है यानी कि ਤੁਸੀਂ ਇਹ ਸਮਝਦੇ ਹੋ ਕਿ ਜਦੋਂ ਜ਼ੁਬਾਨ ਉਹ ਜ਼ਿੰਦਾ ਰਹਿੰਦੀ ਹੈ ਜਿਹਦਾ ਮਈਸ਼ਤ ਨਾਲ ਤਲਕ ਯਾਨੀ ਕਿ ਤੁਸੀਂ ਅਗਰ MA ਪਠਵਾਰੀ ਕੀਤਾ ਹੈ ਤੇ ਤੁਹਾਨੂੰ ਪਤਾ ਹੋਵੇਗਾ ਕਿ ਮੈਨੂੰ ਜੌਬ ਮਿਲ ਜਾਏਗੀ ਜਾਂ ਮੇਰੇ ਇਲਾਕੇ ਦੇ ਵਿੱਚ ਲਿਖਣਾ ਪੜ੍ਹਨਾ ਬੋਰਡ ਸਾਈਨ ਬੋਰਡਾਂ ਤੱਕ ਵੀ ਜਿਹੜਾ ਨਾ ਪਠਵਾਰੀ ਲਿਖੀ ਜਾਵੇ
ਤੇ ਉਹਦੀ ਅਹਿਮੀਅਤ ਲੋਕਾਂ ਦੀ ਨਜ਼ਰ 'ਚ ਬਾਰ-ਬਾਰ ਆਵੇਗੀ ਕਿ ਯਾਰ ਇਹ ਬਿਲਕੁਲ। ਜ਼ੁਬਾਨ ਦੀ ਡਾਕਟਰ ਸਾਹਿਬ ਇੱਥੇ ਸ਼ੋਏਬ ਖਾਲਿਦ ਸਾਹਿਬ ਦਾ ਇੱਕ ਜੁਮਲਾ ਜ਼ਹਿਨ 'ਚ ਆ ਗਿਆ। ਉਹਨਾਂ ਇੱਕ ਜੁਮਲਾ ਲਿਖਿਆ ਸੀ ਕਿ ਉਹ ਜ਼ੁਬਾਨ ਜ਼ਿੰਦਾ ਰਹਿੰਦੀ ਜਿਹੜੀ ਰਿਜ਼ਕ ਦੇ, ਉਹਦੀ ਮਸ਼ੀਅਤ ਮਤਲਬ ਕਿ ਦੇਖ ਲਓ ਜਿਸ ਟਾਈਮ ਤੱਕ ਇਕਤਸਾਦੀ ਨਾਲ ਪਠਵਾਰੀ ਜ਼ੁਬਾਨ ਡਰਾਮਿਆਂ ਵਿੱਚ, ਪੀਟੀਵੀ ਚ, ਮੁਖਤਲਿਫ ਰੇਡੀਓ ਚ ਇਨ ਰਹੀ, ਲੋਕ ਸਭ ਬਸਤਾ ਰਹੇ, ਬਹੁਤ ਨए नए ਲੋਕ ਸਾਹਮਣੇ ਆਏ, ਆਰਟਿਸਟ ਸਾਹਮਣੇ ਆਏ, और पटवारी तरक्की हुई, बड़े खूबसूरत ड्रामे बड़े, फिल्मां बढ़िया, यानी पटवारी नहीं फायदा और पटवार ने रिजन भी फायदा होया। इस वक्त ये तो जरूरी है कि पहले एक माशी तौर ते जुबान कोई देगी तो लोग जिंदा रहेगी और लोग उसे लाइक करेंगे। हुणे तुसी गल कीती पहले 3 पॉइंट वाली विद वेरी अपॉलॉजीज कि देखो ਤੁਹਾਡੀ ਫੀल्ड एजुकेशन है, शराज साहब ਦੀ ਫੀल्ड तहकीक है, मेरा कुछ ਹੋਰ ਫਰਕ ਹੈ। देखो ਅਸੀਂ ਕਰ ਰਹੇ ਹਾਂ ਤਾਂ ਅਸੀਂ ਮੈਂ ਸਮਝਦਾ ਕਿ ਜਿਵੇਂ ਤੁਸੀਂ ਸੈਲਕੋਟ ਤੋਂ ਬਿਲੋਂਗ ਕਰਦੇ ਹੋ, ਲੇਕਿਨ ਤੁਹਾਡਾ ਐਕ੍ਰੈਡਿਟ ਹੈ ਕਿ ਪਠਵਾਰੀ ਜ਼ੁਬਾਨ ਜਿਹੜਾ ਪਹਿਲਾ ਮੁਕਾਲਿਆ ਲਿਖਿਆ ਤੁਸੀਂ ਲਿਖਿਆ, ਇਹਨੇ ਦੂਸਰੇ ਲੋਕਾਂ ਦੇ ਪਠਵਾਰ ਔਰ ਪਠਵਾਰੀ ਤੇ ਤੁਹਾਡਾ ਅਹਿਸਾਨ ਹੈ, ਤੁਹਾਡਾ ਇੱਕ ਅਜ਼ਾਫੀ ਸਰਵਿਸ ਹੈ, ਹਾਲਾਂਕਿ ਹੋਣਾ ਹੀ ਚਾਹੀਦਾ ਸੀ ਇਹ ਸਰਵਿਸ ਬਜਾਏ ਅਮਜਦ ਅਲੀ ਭੱਟੀ ਸਾਹਿਬ ਜਾਂ ਮੇਰੇ ਜਿਹਾ ਬੰਦਾ ਜਾਂ ਸ਼ਾਹਦ ਹੈ ਜਦੋਂ ਹੁੰਦਾ ਇਹ ਇੰਟਰਨੈਸ਼ਨਲ ਲੈਵਲ ਤੇ ਦੇਖਾ ਜਾਏ ਤਾਂ ਮੁxtਲਿਫ ਤਰੀਕੇ ਨੇ ਕੰਮ ਕਰਨ ਦੇ, ਕਿਉਂਕਿ ਰਿਸਰਚ ਵਰਕਰ ਟਾਈਪ ਲੋਕ ਹੁੰਦੇ, ਯੂਨੀਵਰਸਿਟੀ ਲੈਵਲ ਲੋਕ ਹੁੰਦੇ, ਉਹ ਕੰਮ ਕਰਦੇ ਹੀ ਨਹੀਂ, ਅਦਾਰੇ ਖੁਦ ਕੰਮ ਕਰਾਉਂਦੇ। ਹੁਣ ਵੀ ਵੈਰੀ ਪਾਲੋਜੀ ਕਿ ਸਾਡੇ ਜਿਹੜੇ ਸਿਆਸਤਦਾਨ ਨੇ, ਪੋਲਿਟਿਕਸ ਨੇ, ਕਿ ਪਠਵਾਰੀ ਪੋਲਿਟਿਕਸ ਨਹੀਂ ਹੈ, ਬਹੁਤ ਸੇ ਲੋਕ ਨੇ, ਵਜ਼ੀਰ ਆਜ਼ਮ ਲੈਵਲ ਦੇ ਲੋਕ ਮੌਜੂਦ ਨੇ, ਲੇਕਿਨ ਉਹਨਾਂ ਨੂੰ ਇਸ ਦੀ ਅਪਰੋਚ ਹੀ ਨਹੀਂ ਯਾਰ ਕਿ लैंग्वेज और पठवारी लैंग्वेज भी चीज़ है जिसमें मैं दूसरा बेनिफिट नहीं मिले। और दूसरा जो हो गया जनाब कि बैरोक्रेसी, देखो बैरोक्रेसी तो दिहाड़ी लाते हैं। देखो जब इस्लामाबाद की मिसाल लो कि लोक विरसा हो गया, अकैडमी अदबियात हो गया, नैशनल लाइब्रेरी होगी, बड़ी सितम जरीफी की गल है कि मैं नैशनल लाइब्रेरी की गया जरा फलां किताब छपी थोड़े कोल मौजूद है, सियाना गद्दड़ किताब है, नस गिद्दड़ है, तो यूनिवर्सिटी लाइब्रेरी को नैशनल लाइब्रेरी हो उन्होंने कोई जवाब तक नहीं कि किताब आया है भी कि नहीं। ਨਹੀਂ ਉਹਦਾ ਪਤਾ ਕੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਹੈ ਕਿ ਨੈਸ਼ਨਲ ਲਾਇਬ੍ਰੇਰੀ ਜਦੋਂ ਤੁਹਾਨੂੰ ISBN ਨੰਬਰ ਦਿੰਦੀ ਹੈ ਨਾ ਤੇ ਉਹ ਰਾਈਟਰ ਨੂੰ ਖੁਦ ਉਹ ਮਤਲਬ ਕਿਹਾ ਜਾਂਦਾ ਕਿ ਉਹ ਦੋ ਕਾਪੀਆਂ ਉਹ ਜਮਾ ਹੋਈਆਂ ਨੇ। ਅੱਛਾ ਉਹ ਆਲਵੇ ਤੋਂ ਠੀਕ ਕਹਿ ਰਹੇ ਹੋ। ਉਹਦਾ ਤਰੀਕਾ ਹੁੰਦਾ ਕਿ ਫਿਰ ਲੋਕ ਐਕਸੈਸ਼ਨ ਨੰਬਰ ਨਹੀਂ ਲੱਗੇ, ਅੱਛਾ ਉੱਤੇ ਜਾਣ ਨਹੀਂ ਦਿੰਦੇ। ਸਭ ਤੋਂ ਵੱਡਾ ਨੈਸ਼ਨਲ ਲਾਇਬ੍ਰੇਰੀ ਦਾ ਦੁੱਖ ਇਹ ਵੇ ਕਿ ਪਬਲਿਕ ਦੀ ਐਕਸੈਸ ਉਹਨੂੰ ਕਿਤਾਬ ਦਾ ਪਤਾ ਹੋਵੇ। ਬਾਜ਼ ਕਦ ਹੁੰਦਾ ਕਿ ਤੁਸੀਂ ਪਠਵਾਰੀ ਤੇ ਕਿਤਾਬ ਲੈਣ ਜਾਂਦੇ ਹੋ ਲੇਕਿਨ ਕਿਤਾਬ ਦਾ ਨਾਂ ਨਹੀਂ ਪਤਾ। ਜਦੋਂ ਤੁਸੀਂ ਰੈਕ ਤੱਕ ਪਹੁੰਚੋਗੇ ਤੇ ਤੁਹਾਨੂੰ ਇੱਕ ਜਗ੍ਹਾ ਤੇ 4 ਕਿਤਾਬਾਂ ਨਜ਼ਰ ਆ ਜਾਣਗੀਆਂ ਤੇ ਫਿਰ ਤੁਸੀਂ ਲੈ ਸਕਦੇ ਹੋ ਉਸ ਮੌਜੂ ਦੇ ਉੱਤੇ। ਤੇ ਉਹ ਜਾਂ ਤੇ ਪਹਿਲੇ ਤੋਂ ਤਿਆਰ ਹੋ ਕੇ ਜਾਓ, ਪਤਾ ਹੋਵੇ, ਇੰਨਾ ਨੌਲੇਜ ਹੋਵੇ ਕਿ ਮੈਂ ਫਲਾਂ ਕਿਤਾਬ ਲੈਣ ਜਾ ਰਿਹਾ ਔਰ ਉਹ ਇਸ ਨੰਬਰ ਤੇ ਟੈਗ ਪਈ ਹੋਈ ਹੈ। ਤੇ ਉੱਥੇ ਜਾ ਕੇ ਇਹ ਪ੍ਰੋਬਲਮ ਆਉਂਦੀ ਹੈ ਆਮ ਮੇਰੇ ਜਿਹੇ ਬੰਦੇ ਨੂੰ ਕਿ ਜਿਹੜਾ ਮੁਸ਼ਕਲ ਹੋ ਜਾਂਦੀ ਉਹਦੇ ਵਾਸਤੇ ਕਿ ਯਾਰ ਉਹ ਹੁਣ ਕਿਤਾਬ ਉਹ ਕਿਸ ਤਰ੍ਹਾਂ ਕਢਾਵੇ। ਹਾਲਾਂਕਿ ਮੈਨੂੰ ਪਤਾ ਹੈ ਕਿ ਤਾਰਕ ਜਿਹੜੇ ਦੀਨੇ ਵਾਲੇ ਸਨ ਉਹ ਉਹਨਾਂ ਨੇ ਉੱਥੇ ਤੱਕ ਪਹੁੰਚਾਇਆ ਸਬਮਿਸ਼ਨ ਰਹੀ ਹੈ ਨਾ, ਬਿਲਕੁਲ ਐਸੀ ਹੀ ਹੈ। ਤੇ ਉਹ ਇਹਦਾ ਹਿਸਾਬ। ਅੱਛਾ ਤੁਸੀਂ और मैं आगे आवागा ਤੁਸੀਂ तीसरा पॉइंट किया सी कि यानी कि ब्यूरोक्रेसी बाद पॉलिटिक्स के बाद तीसरा पॉइंट है राइटर। देखो अक्सर की गल होनी कहना यार कि हमसे पहले गल की कि स्कॉलर काम नहीं किया, राइटर्स काम नहीं किया। देखो डॉक्टर साहब मैं कहता कि मौजूदा टाइम कि यार पुठवार वस्ती लोग लिख रहे, हर इसनाफ की किताबां आ रही हैं, तीसरा मतलब लोग लिख रहे। और आजकल तो सोशल मीडिया दौर देखो अक्सर ऐसे लोग हैं सदीक फनकार बुजुर्ग शख्सियत ने पिंडी इस्लामाबादी वो उर्दू लिख रहे हैं, लेकिन देखो अपने को समझना पुठारी गीत शेयर कर रहे हैं, मतलब लोग लिख रहे हैं। लेकिन सितम जरीफी है यार कि राइटर अगर वो पुलिस वाला है, अगर वो स्कूल टीचर है, अगर उसका कोई प्राइवेट सेक्टर काम करता यार वो लिख तो सकता है, लेकिन पब्लिकेशन करना उस किताब छपाना एक मौका औखा मसला है और बड़ा एक टाइम स्पेंड और इन्वेस्ट बड़ा इशू है। और मैं समझना कि राइटर कोई चीज़ लिख सकना तो बड़ा आसान है, लेकिन छुपाने वाला काम यानी कि थोड़ा ख्याल है कि ऐसे अदारे होने चाहिए ने, इवन अकेडमी सरपरस्ती ने अकेडमी ऑफ लेटर्स ਦੀ ਜ਼ਿੰਮੇਵਾਰੀ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਛਾਪਣ ਦਾ ਇੰਤਜ਼ਾਮ ਕਰੇ। ਬਿਲਕੁਲ ਛਾਪਣ ਦਾ ਇੰਤਜ਼ਾਮ ਕਰ। ਮੈਂ ਇੱਕ ਛੋਟੀ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਸਿੰਧੀ ਜ਼ੁਬਾਨ ਦਾ ਵੈਲਿਡ ਕੀ ਹੋਇਆ ਸੀ ਕਿ ਸਿੰਧੀ ਜ਼ੁਬਾਨ ਵਿੱਚ ਉਹਨਾਂ ਇੱਕ ਪਿੰਡ ਜਾ ਕੇ ਉਹ ਬਹੁਤ ਕੰਮ ਸਿੰਧੀ ਤੇ ਇਤਨਾ ਕੰਮ ਕੀਤਾ। ਲੈਂਗੁਏਜ ਅਥਾਰਟੀ ਤੁਸੀਂ ਦੇਖੋ ਹੈਦਰਾਬਾਦ ਜਾ ਕੇ ਉਹਨਾਂ ਇੱਕ ਬੰਦੇ ਦਾ ਕਲਾਮ ਲਿਆ ਕੇ ਮਰਕਜ਼ ਵਿੱਚ ਭੇਜਿਆ। ਮੈਂ ਕਹਿੰਦਾ ਯਾਰ ਕਿ ਹੁਣ ਸ਼ਾਇਰ ਅਦੀਬ ਜਿਹੜਾ ਲਿਖ ਤੇ ਸੁਣਦਾ, ਹੁਣ ਅਸੀਂ ਪੋਲਿਟਿਕਸ ਛੋੜ ਦਿੰਦੇ ਹਾਂ, ਅਸੀਂ ਬਿਊਰੋਕ੍ਰੇਸੀ ਨੂੰ ਛੋੜ ਦਿੰਦੇ ਹਾਂ, ਅਸੀਂ ਇਦਾਰੇ ਨੂੰ ਛੋੜ ਦਿੰਦੇ ਹਾਂ। ਐਟ ਦਾ ਜਿਹੜਾ ਵਿਚਾਰਾ ਆਪਣੇ ਦੇਖੋ ਨਾ, ਮੈਂ ਪੁਲਿਸ ਵਾਲਾ तो मैं अगर अपने टाइम तो बाद अगर कोई चीज़ दे रहा तो मैं अपने बच्चों का टाइम चुक के दे रहा यार उस बंदे ਨੂੰ ਬਜਾਏ ਅਪਰੀਸ਼ੀਏਟ ਕਰਨ ਦੇ ਅਸੀਂ ਇਹ ਕਹਾਂ ਯਾਰ ਇਹ ਸ਼ਾਇਰ ਅਦੀਬ ਨਹੀਂ ਕਰ ਰਿਹਾ ਤੇ ਮੇਰੇ ਖਾਲੀ ਮਾਜ਼ਰਤ ਨਹੀਂ ਬਣਦੀ। ਅੱਛਾ ਮੇਰਾ ਇੱਕ ਹੋਰ ਸਵਾਲ, ਬਲਕਿ ਹੁਣ ਅਸੀਂ ਆਪਣੇ ਐਂਡ ਦੀ ਤਰਫ ਜਾਂਦੇ ਹਾਂ।
ਫਿਰ ਕਿਸੇ ਦਿਨ ਦੁਬਾਰਾ ਅੱਛਾ ਜਿਹਾ ਇੰਟਰਵਿਊ, ਬਲਕਿ ਰਫੜੀ ਇੰਟਰਵਿਊ ਕਰਾਂਗੇ। ਬਹੁਤ ਸਾਰੇ ਸਵਾਲ ਨੇ ਜਿਹੜੇ ਮੈਂ ਇਸ ਵਕਤ ਨਹੀਂ ਕਰਨਾ ਚਾਹ ਆਪਣਾ ਕੈਮਰਾ ਕੇ ਨੀਚੇ ਹਾਂ ਨਹੀਂ ਉਹ ਬਕਾਇਦਾ ਮਤਲਬ ਉਹਦੇ ਨਾਲ ਕਰਾਂਗੇ ਕਿ ਇਹ ਦੱਸੋ ਕਿ ਅਗਰ ਪਠਵਾਰੀ ਨੂੰ ਅਸੀਂ ਸਕੂਲ ਦੀ ਜ਼ੁਬਾਨ ਬਣਾ ਦਿੱਤਾ ਜਾਵੇ, ਮਤਲਬ ਕਿ ਪਹਿਲੀ ਦਾ ਬੱਚਾ ਉਹਨੂੰ ਆਪਣੀ ਕਲਾਸ 'ਚ ਪੜ੍ਹੇ, ਤੇ ਕਿਆ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਸਾਡੇ ਇਸ ਇਲਾਕੇ ਦੀ ਗੁਰਬਤ ਖਤਮ ਹੋ ਜਾਏਗੀ? ਯਾਨੀ ਕਿ ਅਸੀਂ ਇਹ ਕਹਿੰਦੇ ਆ ਨਾ ਸਾਡੀ ਡਿਮਾਂਡ ਹੁੰਦੀ ਹੈ। नहीं सर, साड़ी डिमांड बड़ा होती सवाल, है। बड़ा सवाल ठीक है, लेकिन प्राइमरी नहीं सतह तक होएगा ये। इसके ऊपर तो मुश्किल है, क्योंकि पंजाबी मुश्किल है, पंजाबी उर्दू मतलब मुश्किल है, हाँ मुश्किल उर्दू है। भी नहीं चलन दे। सिर्फ ये आ कि जो पंजाबी लिटरेचर छपना पैना, हूँ जिसकी अस आखने ना असें किताब आई पढ़ मेरे को पढ़े नहीं होनी, ये इस चीज़ ने बहुत ही मसाइल खड़े होने पे कि वाकई जब तक अगर तमाम ज़बानें नहीं कि पठवारी है, पंजाबी है, जितनी ज़बाना लोकल ज़बाना के अगर इन्हें की अपने अपने खिते च अपने अपने रीजन अगर पढ़ाइयाँ जान प्राइमरी तक, तो वो कम अज़ कम अपने जड़ियाँ तो पर इन्हें च भी अलूम है, इन्हें के इन्हें च अलूम नहीं है, इन्हें च अदब है, इन्हें च बहुत सारी चीज़ें ने वो पढ़ी सकने, अपनी सकाफत की पढ़ी सकने, अपने रहतल चीज़ों की पढ़ी सकने। तो वो हुण असा किताब छापी के देने आ तो कई एक शर्म की गल है कि असा कि बड़े बड़े अच्छे लोग पढ़े लिखे लोग वो आने जी साढ़े को पढ़नी होनी और रस्मल खाता है, उर्दू रस्मल खाता है, जोड़ तोड़ हो ही ना, लेकिन काम इस वास्ते कि उन्हें इस चीज़ की ਤੁਸੀਂ ਇਹ ਸਮਝਦੇ ਹੋ ਕਿ ਪਟਵਾਰੀ ਨੂੰ ਅਗਰ ਪ੍ਰਾਇਮਰੀ ਦੀ ਸਤਹ ਤੇ ਲਾਗੂ ਕਰ ਦਿੱਤਾ ਜਾਵੇ ਤੇ ਇਹ 5ਵੀਂ ਕਲਾਸ ਤੱਕ ਹੀ ਜਾ ਸਕਦੀ ਹੈ, 6ਵੀਂ 'ਚ ਨਹੀਂ ਜਾ ਸਕਦੀ। ਔਰ ਉਹਦੀ ਵਜ੍ਹਾ ਕਿਤਾਬਾਂ ਦਾ ਨਾਂ ਲਿਖਿਆ ਜਾਣਾ, ਲਿਟਰੇਚਰ ਦਾ ਬਹੁਤ ਜ਼ਿਆਦਾ ਨਾ ਹੋਣਾ, मतलब जितना ज्यादा लिटरेचर लिखा जाएगा सारे को उसने आगे स्कोप भी तो कोई नहीं जी। अगर मैटर करी कैसी या अगर अच्छा चलो अगर असी ये सारा कुछ नहीं हो सकता तो फिर असी जुबान नूं किस पलड़े ते रखीए, आई मीन असी ਉਹਦੇ ਵਾਸਤੇ ਕਿੰਨੀ ਸਟਰਗਲ ਕੀਤੀ ਜਾਵੇ ਜਦੋਂ ਇਹ ਵੀ ਪਤਾ ਹੋਵੇ ਕਿ ਯਾਰ ਇਹਦਾ ਤਾਂ ਫਾਇਦਾ ਹੀ ਕੋਈ ਨਹੀਂ ਹੋਣਾ, ਐਮਏ ਪਟਵਾਰੀ ਵੀ ਕਰ ਲਾਂਗਾ ਤੇ ਨੌਕਰੀ ਨਹੀਂ ਲੱਭਣੀ ਮੈਨੂੰ, ਤੇ ਉਹ ਫਿਰ ਤੁਸੀਂ ਉਹਨੂੰ ਕਿੱਥੇ ਰੱਖੋਗੇ ਆਪਣੇ ਆਪ ਨੂੰ ਕਿ ਇਹਦਾ ਮਤਲਬ ਹੈ ਕਿ ਮੈਂ ਇੱਕ ਸਹੀ ਅਲਾ ਹਾਸਲ ਕਰ ਰਿਹਾ, ਇੱਕ ਐਸੀ ਜਦੋਜਹਿਦ ਕਰ ਰਿਹਾ ਕਿ ਜਿਹਦਾ ਕੋਈ ਆਊਟਪੁੱਟ ਨਹੀਂ ਆਏਗਾ। अगर मायूसी लगती है। अगर हकीकत अगर मैं सच्ची गल करा अच्छा झूठियां हुण तक कीतियां नहीं उन्होंने जवाब है ऐसी इसका जवाब कोई नहीं। अच्छा ਇਹਦੇ ਤੇ ਯਾਨੀ ਕਿ ਹਜੇ ਇਹਦੇ ਤੇ ਗੌਰ ਫਿਕਰ ਦੀ ਲੋੜ ਹੈ ਕਿ ਅਸੀਂ ਅਗਰ ਇਹ अच्छा डॉक्टर साहब मैं तो याद करना चाहूँगा कि सपोज कि बंदा एमफिल कर लेंदा या मास्टर पटवारी कर लेंदा, तो मैं कहूँगा कि बड़े बड़े अदारियां ਨੂੰ ਜਿਹੜਾ ਅਰਬਾਂ ਰੁਪਏ ਦਾ ਫੰਡ ਲੈਂਦੇ ਉਹਨਾਂ ਨੂੰ ਸੋਚਣ ਦੀ ਲੋੜ ਹੈ ਜਿਸ ਕਿਤੇ 'ਚੋਂ ਬੈਠੇ ਨੇ, ਜਿਸ ਕਿਤੇ ਦੀ ਰੀਜਨ ਦੀ ਜਿਹੜੀ ਜ਼ੁਬਾਨ ਹੈ, ਅਗਰ ਉਸ ਜ਼ੁਬਾਨ ਨੂੰ ਪ੍ਰਮੋਟ ਵੀ ਨਹੀਂ ਕਰ ਰਹੇ ਔਰ ਅਗਰ ਬੰਦਾ ਕੋਈ ਆਪਣੇ ਸੈਲਫ ਫਾਈਨਾਂਸ ਤੇ ਕਰਕੇ ਆ ਗਿਆ ਉਸ ਐਡਜਸਟ ਵੀ ਨਹੀਂ ਕਰ ਪਾ ਰਹੇ, ਇਹ ਮੇਰੇ ਖਿਆਲ ਨਾਲ ਅਦਾਰਿਆਂ ਨੂੰ ਸੋਚਣ ਵਾਸਤੇ ਲੰਮਾ ਫਿਕਰੀਆ ਹੈ ਕਿ ਜਿਸ ਰੀਜਨ ਵਿੱਚ ਬਹਿ ਕੇ ਅਸੀਂ ਖਾ ਰਹੇ ਹਾਂ, ਜਿਸ ਰੀਜਨ ਦੇ ਅਰਬਾਂ ਦੇ ਰੀਜਨ ਦੇ ਆ ਰਹੇ ਨੇ, ਅਸੀਂ ਦੇਖੋ ਇੱਕ ਬੰਦਾ ਨਹੀਂ ਪਟਵਾਰ ਦਾ ਦੇਖੋ ਨਾ ਇਹਦੇ 'ਚ ਹੁਣ ਥੋੜਾ ਜਿਹਾ ਮੈਂ ਤੁਹਾਡੀ ਤਸਹੀਹ ਕਰਾਂਗਾ ਕਿ ਪਟਵਾਰ ਦੇ ਵਿੱਚ ਕੋਈ ਇੰਡਸਟਰੀ ਹੈ ਐਸੀ ਕਿ ਜਿਹਦੇ ਨਾਲ ਇਹਦਾ ਮਤਲਬ ਨਾ ਇੱਥੇ ਜ਼ਰਾਅਤ ਉਸ ਸਤਹ ਦੀ ਹੈ ਕਿ ਜਿਹਦੇ ਨਾਲ ਅਸੀਂ ਕਹਿ ਸਕੀਏ ਕਿ ਉਸ ਸ਼ੋਬੇ 'ਚ ਅਸੀਂ ਨਾ ਇੱਥੇ ਕੋਈ ਇੰਡਸਟਰੀ ਐਸੀ ਹੈ ਕਿ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ। ਕੋਈ ਮਤਲਬ ਦੱਸੋ ਨਾ, ਕੋਈ 2-4 ਵੱਡੀਆਂ ਟੋਬੈਕੋ ਕੰਪਨੀ ਤੋਂ ਲੈ ਕੇ ਤੁਸੀਂ ਇੱਕ ਦੋ ਹੋਰ ਦੱਸੋਗੇ ਕਿੰਨੇ ਕਿੱਥੇ ਲੋਕ ਖਪਤ ਹੋਏਗੀ। ਇਹਦਾ ਮਤਲਬ ਹੈ ਕਿ ਇਸ ਖਿੱਤੇ ਦੇ ਵਿੱਚ ਜ਼ੁਬਾਨ ਦੇ ਨਾਲ ਨਾਲ ਇੱਥੇ ਇੰਡਸਟਰੀਲਾਈਜੇਸ਼ਨ ਦੀ ਜ਼ਰੂਰਤ ਹੈ। ਡੈਫੀਨਿਟਲੀ ਇੱਥੇ ਲੋਕਾਂ ਨੂੰ ਉਹਨਾਂ ਦੀ ਡੋਰ ਸਟੈਪ ਸਵਾਏ ਸਰਕਾਰੀ ਨੌਕਰੀ ਤੋਂ ਜਾਂ ਫੌਜ ਦੀ ਨੌਕਰੀ ਤੋਂ ਤੁਹਾਡੇ ਕੋਲ ਸਾਡੇ ਬੱਚਿਆਂ ਕੋਲ ਆਪਸ਼ਨ ਹੀ ਕੋਈ ਨਹੀਂ। ਡੈਫੀਨਿਟਲੀ ਦੇਖੋ ਤੁਸੀਂ ਗੱਲ ਕੀਤੀ ਨਾ ਇੰਡਸਟਰੀ ਦੀ, ਮੈਂ ਇੱਕ ਚੀਜ਼ ਕੋਟ ਕਰਨਾ ਚਾਹਾਂਗਾ। ਅੱਜ ਆ ਕੇ ਅਸੀਂ ਇਹ ਸੋਚ ਲਿਆ ਔਰ ਅੱਜ ਆ ਕੇ ਸਾਨੂੰ ਪਤਾ ਲੱਗਾ, ਸਾਨੂੰ ਰਿਜ਼ਲਟ ਮਿਲਿਆ ਯਾਰ ਪਟਵਾਰ ਦੀ ਜਿਹੜੀ ਜ਼ਮੀਨ ਹੈ ਇਹ ਤੇ ਜ਼ੈਤੂਨ ਅਸੀਂ ਬੜੀ ਕਾਰਾਮਦ ਹੈ। ਸਹੀ ਯਾਰ ਇਹ ਗੱਲ ਅਸੀਂ 20 ਸਾਲ ਪਹਿਲੇ ਕਰਦੇ ਤਾਂ ਅਸੀਂ ਫਲ ਖਾ ਰਹੇ ਹੋਣੇ। ਸਹੀ ਡੈਫੀਨਿਟਲੀ ਉਹ ਵੀ ਅਜੇ ਮੈਂ ਕਿਹਾ ਚਕਵਾਲ ਵਾਲੀ ਸਾਈਡ ਤੇ ਕੋਈ ਨਹੀਂ ਹੋਇਆ, ਇੱਧਰ ਅਜੇ ਕੋਈ ਨਹੀਂ ਹੋਇਆ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੈ ਕਿ ਜਿਹੜੇ ਇੱਥੇ ਦੇ ਲੋਕ ਨੇ
ਜਿਹੜੇ ਸਿਆਸਤਦਾਨ ਜਾਂ ਕਰਤਾ ਦਰਤਾ ਜਾਂ ਜਿਹੜੇ ਕੁਝ ਕਰ ਸਕਦੇ ਨੇ ਇਸ ਖਿੱਤੇ ਵਾਸਤੇ, ਉਹਨਾਂ ਦੇ ਇੰਟਰਸਟ ਕਿਤੇ ਹੋਰ ਨੇ। ਬਿਲਕੁਲ ਐਸੀ ਉਹਨਾਂ ਦੇ ਇਸ ਧਰਤੀ ਦੇ ਨਾਲ ਇੰਟਰਸਟ ਹੁੰਦੇ, ਉਸ ਧਰਤੀ ਨਾਲ ਨਹੀਂ ਜੁੜਿਆ। ਸਿਰਫ ਵੋਟ ਨਹੀਂ ਆਤਾ। ਕਿਸੇ ਦੌਰ ਦੇ ਵਿੱਚ ਇਹ ਮੁਸ਼ਰਫ ਦੌਰ 'ਚ ਸੀ ਕਿ ਇੱਥੋਂ ਮੰਗਲਾ ਡੈਮ ਤੋਂ ਇੱਕ ਨਹਿਰ ਕੱਢੀ ਜਾਵੇਗੀ ਜਿਹੜੀ ਅਟਕ ਆਪਣਾ ਤੱਕ ਜਾਵੇਗੀ, ਉਹ ਜਿਹੜੀ ਹੈ ਤਰਬੇਲਾ ਤੋਂ ਆਉਂਦੀ ਇੱਕ ਕਿ ਅੱਛਾ ਉਹਦੇ ਨਾਲ ਕਿੰਨਾ ਫਰਕ ਪੈਣਾ ਸੀ ਇਸ ਖਿੱਤੇ ਦੇ ਵਿੱਚ ਜ਼ਰਾਅਤ ਦੇ ਉੱਤੇ ਕਿ ਕਿਤਨੇ ਲੱਖ ਏਕੜ ਜ਼ਮੀਨ ਜਿਹੜੀ ਸੀ ਉਹ ਸੈਰਾਬ ਹੋਣੀ ਸੀ। ਬਿਲਕੁਲ ਸੈਰਾਬ ਹੋਣੀ ਸੀ। ਤੁਸੀਂ ਗੱਲ ਕੀਤੀ, ਮੈਂ ਕਹਾਂਗਾ ਦੇਖੋ ਮੁਸ਼ਰਫ ਸਾਹਿਬ ਦੇ ਦੌਰ ਵਿੱਚ ਮਿਨੀ ਡੈਮ ਬਣਾਏ ਗਏ ਨੇ, ਜਿਹੜਾ ਸਾਡੇ ਜਾਓ ਸੀ ਮੰਗਲਾ ਡੈਮ ਵੱਲ ਗੱਲ ਕੀਤਾ ਸੀ, ਸਾਡੇ ਚੋਕਨੋੜੀ ਜਾਓ ਜਿੱਥੇ ਪਲੀਨਾ ਡੈਮ ਬਣੇ। ਦੇਖੋ ਪਲੀਨਾ ਡੈਮ ਐਸੀ ਜਗ੍ਹਾ ਬਣਿਆ ਕਿ ਜਿਹੜੀ ਜਗ੍ਹਾ ਬੰਜਰ ਸੀ, ਜਿਹੜੀ ਫਾਰ ਐਵਰ ਕਰਾਮਤ ਇਹ ਸ਼ਬਾਜ਼ ਸ਼ਰੀਫ ਦੇ ਦੌਰ ਦੇ ਛੋਟੇ ਡੈਮ ਪੰਜਾਬ 'ਚ ਬਹੁਤ ਜ਼ਿਆਦਾ। ਅੱਛਾ ਉਹ ਇੱਕ ਨਗਲ ਡੈਮ ਪਲੀਨਾ ਡੈਮ ਹੋ ਗਿਆ, ਗੁਜਰ ਖਾਨ ਉਹ ਕਾ ਡੈਮ ਹੋ ਗਿਆ। ਉਹਨਾਂ ਕੀ ਕੀਤਾ ਕਿ ਬੰਜਰ ਲਾ ਕੇ ਅੱਗੇ ਬੰਦ ਲਾ ਕੇ ਉਹ ਡੈਮ ਬਣਾ ਛੋੜਿਆ। ਹੁਣ ਦੇਖੋ ਕਿੰਨਾ ਫਾਇਦਾ ਹੋਇਆ ਕਿ ਜ਼ਮੀਨ ਹੀ ਜ਼ੇਰੇ ਜ਼ਮੀਨ ਵਾਟਰ ਲੈਵਲ ਉੱਪਰ ਆ ਗਿਆ, ਉੱਤੇ ਆ ਗਿਆ। ਦੂਸਰਾ ਉੱਥੇ ਤੁਸੀਂ ਫਿਸ਼ ਫਾਰਮਿੰਗ, ਮੈਂ ਇਹ ਕਹਿ ਰਿਹਾ ਕਿ ਯਾਰ ਫਿਸ਼ ਫਾਰਮਿੰਗ ਬਗੈਰ ਕਿਸੇ ਕਾਸਟ ਤੋਂ, ਔਰ ਤੁਸੀਂ ਨਾ ਗਵਰਨਮੈਂਟ ਦਾ ਖਰਚਾ ਹੈ ਨਾ ਲੋਕਲ ਲੋਕੈਲਿਟੀ ਦਾ ਮਤਲਬ ਅਸੀਂ ਹੁਣ ਕਨਕਲੂਡ ਕਰਨੇ ਆ ਆਪਣੀ ਗੱਲ ਨੂੰ ਕਿ ਅਸੀਂ ਸਿਆਸਤਦਾਨਾਂ ਨੂੰ ਵੀ ਜ਼ਿੰਮੇਦਾਰ ਠਹਿਰਾਉਂਦੇ ਆ, ਬਿਊਰੋਕ੍ਰੇਸੀ ਵੀ ਹੈ ਔਰ ਸਾਡੀ ਆਵਾਮ ਦੇ ਵਿੱਚ ਵੀ ਉਹ ਹਜੇ ਤੱਕ ਜਿਸ ਤਰ੍ਹਾਂ ਇਹਨਾਂ ਨੇ ਪੜ੍ਹਨ ਦੇ ਹਵਾਲੇ ਨਾਲ ਗੱਲ ਕੀਤੀ ਕਿ ਹਜੇ ਉਹ ਕਹਿੰਦੇ ਨੇ ਕਿ ਯਾਰ ਬਸ ਠੀਕ ਹੈ, ਮਤਲਬ ਤੁਸੀਂ ਕਿਤਾਬ 300 500 ਛਾਪ ਕੇ ਤੇ ਲੋਕਾਂ ਨੂੰ ਮੁਫਤ ਹੀ ਵੰਡ ਰਹੇ ਹੁੰਦੇ ਹੋ, ਖਰੀਦਦਾ ਕੋਈ ਨਹੀਂ। ਤੁਹਾਡੀ ਕਿਤਾਬ ਖਰੀਦਣ ਵਾਸਤੇ ਸ਼ਾਇਦ ਕੋਈ ਮਤਲਬ ਜਿੰਨੀ ਦੇਰ ਤੱਕ ਕਿਤਾਬ ਖਰੀਦ ਕੇ ਨਹੀਂ ਪੜੋਗੇ ਉਨੀ ਦੇਰ ਤੱਕ ਤੁਹਾਡੇ ਅੰਦਰ ਉਹ ਜਜ਼ਬਾ ਨਹੀਂ। ਇੱਕ ਗੱਲ ਦੂਸਰਾ ਹੈ ਕਿ ਉਹ ਵਿਚਾਰਾ ਸਾਰੀ ਜ਼ਿੰਦਗੀ ਮੈਂ ਦੇਖਣਾ ਡੁੱਬੇ ਲਾ ਕੇ ਉਹ ਆਪਣੇ ਮਸਹਬ ਦੇ ਵਿਚਾਰੇ ਗਲ ਜਾਂਦੇ ਨੇ, ਕੁਝ ਛਾਪਣ ਵਾਸਤੇ ਤਿਆਰ ਨਹੀਂ ਹੁੰਦਾ। ਰਾਈਟਰ ਜਿਹੜਾ ਕਿ ਕ੍ਰੀਏਟਿਵ ਆਦਮੀ ਹੈ, ਜਿਹੜਾ ਤਖਲੀਕੀ ਆਦਮੀ ਹੈ, ਜਿਹੜਾ ਕਿ ਹਸਾਸ ਬੰਦਾ ਹੈ, ਉਹ ਪਹਿਲੇ ਤੇ ਲਿਖੇ, ਫਿਰ ਦੁਆਵਾਂ ਵਾਸਤੇ ਲਿਖੇ ਔਰ ਫਿਰ ਪੱਲਿਓਂ ਲਾ ਕੇ ਲਿਖੇ, ਮਤਲਬ ਪੱਲਿਓਂ ਲਾ ਕੇ ਉਹਨੂੰ ਛਾਪੇ ਔਰ ਫਿਰ ਉਸ ਛਾਪਣ ਤੋਂ ਬਾਅਦ ਉਸ ਨੂੰ ਮੁਫਤ ਵੰਡੇ। ਤੇ ਇਹ ਹੁਣ ਇਹ ਸਾਰੇ ਪ੍ਰੋਸੈਸ ਜਿਹੜੇ ਨੇ ਉਹ ਅਫਲਾਤੂਨ ਦੇ ਬਾਰੇ ਚ ਕਿਹਾ ਜਾਂਦਾ ਨਾ ਕਿ ਉਹਦੀ ਮਾਂ ਜਿਹੜੀ ਸੀ ਦਾਈ ਸੀ, ਤੇ ਉਹ ਕਹਿੰਦਾ ਹੁੰਦਾ ਸੀ ਕਿ ਜਿਹੜਾ ਲਿਖਣਾ ਹੁੰਦਾ ਨਾ ਇਹ ਦਾਇਆਗਿਰੀ ਹੈ। ਆਈ ਮੀਨ ਦਰਦ ਜ਼ਹਿਰ ਹੈ ਲਿਖਣਾ, ਇਤਨਾ ਮਤਲਬ ਮੁਸ਼ਕਲ ਕੰਮ ਹੈ ਕਿ ਦਰਦ ਜ਼ਹਿਰ ਜਿਸ ਤਰ੍ਹਾਂ ਹੁੰਦਾ ਇਹ ਉਸ ਤਰ੍ਹਾਂ ਦਾ ਵੇ। ਤੇ ਇਤਨੇ ਤਰੱਦਦ ਤੋਂ ਬਾਅਦ ਵੀ ਪਤਾ ਲੱਗੇ ਕਿ ਜਨਾਬ ਇਹ ਸਾਂਝੀ ਗੱਲ ਜਿਹੜੀ ਹੈ ਕਿਸੇ ਤੁਹਾਡੇ ਕੋਲ ਨਹੀਂ ਹੈ ਪਈ ਦੀ, ਤੇ ਮੈਂ ਹੀ ਆਣ ਕੇ ਦੇ ਰਿਹਾ ਵਾਂ ਤੇ ਤੁਸੀਂ ਫਿਰ। ਅੱਛਾ ਇੱਕ ਹੋਰ ਮੈਂ ਤੁਹਾਨੂੰ ਸੁਣਾ ਪੁਆਇੰਟ ਆਊਟ ਕਰਾਂ ਕਿ ਅਸਾਂ ਇਲਾਕੇ 'ਚ ਜਿਤਨੇ ਵੀ ਸਾਡੇ ਸਰਬਤ ਲੋਕ ਨੇ ਪਠਵਾਰ ਨੇ, ਅਸਾਂ ਦੀ ਤਹਿਸੀਲ ਗੁਜਰ ਖਾਨ ਪੂਰੇ ਪਾਕਿस्तान की वह तहसील है जी अमीर तरीन तहसील है जिस को इतना पैसा है। सही साढ़े गुजर खान छोटा जिहा तहसील नहीं बल्कि तहसील का ना ही है लेकिन कस्बा ही है, लेकिन बेशुमार बैंक ने वो सिर्फ उन्होंने पैसे पर चलने पे। बेवल है, कलर है, गुजर खान बराबर है, हिस्सा है, जितने अबाउट राउंड जितने भी असन ग्रान है, इन्हें सारे लोग जड़े ना वो कोई बरतानिया आ, फ्रांस है, नार्वे आ, और जंगलों पहाड़ों कोठियाँ बड़ियाँ और जड़े इत्था भी बनाने पे, होटल बनाने पे, शादी हाल बनाने पे, प्लाजे बनाने पे, लेकिन लिटरेचर दरने तो ना कोई इंडस्ट्री लाने पे। देखो ना यही मैं गल जी कर रहा कि साड़ी इत्थे जरूरत इंडस्ट्रियलाइजेशन दी है ऐसी, तो इस वास्ते ये खिता जड़ा ना ये बहुत सारिया कब्जियां ने शिकार है और बहुत सारे इन्हें की समझे मजलूम खिता है। अच्छा मैं डॉक्टर साहब से गल करना चाहांगा कि नो डाउट कि जिस पुठवार की हिस्ट्री की गल करते हैं कि यार इतने हमलावर बड़े आए ने, इतनी बड़ियां सितम जरीफियां हुई ने, यार तो सुबह हो गई ने ना। नहीं ये नहीं गल, नहीं मैं गल कंप्लीट करदा हूं कि यार जो होया वो हिस्ट्री हो गया है ना। आज ने इंसान की आज सानू यार पुरानी चीज़ों को भूल के आज सानू अपने कदमों ते खड़ा होने की जरूरत है। नहीं माजी ਨੂੰ ਅਸੀਂ ਨਹੀਂ ਭੁੱਲ ਸਕਦੇ। ਅਗਰ ਅਸੀਂ ਮਾਜ਼ੀ ਨੂੰ ਭੁੱਲ ਜਾਵਾਂਗੇ ਤਾਂ ਮਤਲਬ ਅਸੀਂ ਅਗਲੀ ਤਾਮੀਰ ਨਹੀਂ ਕਰ ਸਕਾਂਗੇ ਨਾ। ਸਾਡੇ ਜੀਨਸ ਦੇ ਵਿੱਚ ਸਾਡੀਆਂ ਨਸਲਾਂ ਦੇ ਵਿੱਚ ਦੇਖੋ ਨਾ ਪੰਜਾਬ ਦੀ ਧਰਤੀ ਦੇ ਵਿੱਚ 26 ਤੋਂ ਜ਼ਿਆਦਾ ਨਸਲਾਂ ਇੱਥੇ ਹਮਲਾਵਰ ਹੋਈਆਂ। 26 ਤੋਂ ਜ਼ਿਆਦਾ ਨਸਲਾਂ ਯਾਨੀ ਕਿ ਮੁxtਲਫ ਇਲਾਕਿਆਂ ਇੱਥੇ ਆਈਆਂ ਔਰ ਇੱਥੇ ਹਮਲਾਵਰ ਹੋਈਆਂ। ਅੱਛਾ ਫਿਰ ਜ਼ੁਲਮ ਜਿਹੜਾ ਸਾਡੇ ਤੇ ਹੋ ਰਿਹਾ ਨਾ ਮੈਂ ਸਮਝਣਾ ਉਹ ਇਹ ਵੇ ਕਿ ਜਿਨ੍ਹਾਂ ਨੇ ਵੀ ਇਸ ਧਰਤੀ ਨੂੰ ਬਰਬਾਦ ਕੀਤਾ ਉਹ ਸਾਡੇ ਹੀਰੋ ਨੇ।
ਬਿਲਕੁਲ ਹਾਂ ਜਿੰਨਾ ਇਸ ਧਰਤੀ ਨੂੰ ਹਾਂ। ਬਰਬਾਦ ਕੀਤਾ ਭਾਈ ਅਸੀਂ ਉਹਨਾਂ ਨੂੰ ਅੱਜ zero- ਅੱਜ ਹੀਰੋ ਨੇ ਅੱਜ ਨਹੀਂ ਉਹ ਬਣਾਏ ਗਏ ਨੇ ਨਾ ਅਸੀਂ ਬਣਾਏ ਜਿਹੜੀਆਂ ਸਭ ਨੂੰ ਅਸੀਂ ਯਾਨੀ ਕਿ ਪੇਸ਼ ਤੁਸੀਂ ਕੀਤਾ ਹੈ। ਅਹਿਮਦ ਸ਼ਾਹ ਅਬਦਾਲੀ ਤੋਂ ਸ਼ੁਰੂ ਕਰ ਲਓ, ਮਹਿਮੂਦ ਗਜ਼ਨਵੀ ਤੋਂ ਹਾਂ। ਸ਼ੁਰੂ ਕਰ ਲਓ, ਨਾਦਰ ਸ਼ਾਹ ਤੋਂ ਸ਼ੁਰੂ ਕਰ ਲਓ, ਇਸ ਤੋਂ ਪਹਿਲੇ ਚਲੇ ਜਾਓ। ਜਿਤਨੇ ਆਏ ਇੱਥੇ ਕਤਲੋ ਗਾਰਤ ਕੀਤੀ ਉਹਨਾਂ ਨੇ, ਔਰ ਪਹਿਲਾ ਸਟਾਪ ਹੀ ਉਹਨਾਂ ਦਾ ਅਟਕ ਤੋਂ ਬਾਅਦ ਇਧਰ ਪਿੰਡੀ ਹੁੰਦਾ ਸੀ। ਅਸੀਂ- ਠੀਕ ਹੈ, ਇੱਥੇ ਲੁੱਟ ਮਾਰ ਕਰਕੇ ਲੋਕਾਂ ਦੇ ਘਰਾਂ ਚੋਂ ਖਾ ਪੀ ਕੇ ਲੁੱਟ ਕਰਕੇ ਆਪਣੀਆਂ ਫੌਜਾਂ ਨੂੰ ਖਾਣਾ ਛਾਣਾ ਇਦੂ ਦੇ ਕੇ ਫਿਰ ਅੱਗੇ ਨਿਕਲੇ। ਐਸੇ ਹੀ ਹੈ। ਤੇ ਉਹ ਜਿਹੜਾ ਇੱਕ ਮਤਲਬ ਇੱਥੋਂ ਤੱਕ ਹੁੰਦਾ ਸੀ ਕਿ ਪੰਜਾਬੀ ਦੇ ਵਿੱਚ ਕਿ ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ। ਯਾਨੀ ਕਿ ਜੋ ਅਸਾਂ ਖਾ ਲਿਆ ਉਹ ਸਾਡਾ ਵੇ, ਹਾਂ, ਬਾਕੀ ਅਹਿਮਦ ਅਹਿਮਦ ਸ਼ਾਹ ਸ਼ਾਹ ਦਾ ਲਈ ਆਵੇਗਾ ਤੇ ਆ ਕੇ ਲੈ ਜਾਵੇਗਾ। ਤੇ ਇਹ ਅਸੀਂ ਮਾਜ਼ੀ ਭੁੱਲ ਨਹੀਂ ਸਕਦੇ, ਯਾਦ ਰੱਖਣਾ। ਅਗਰ ਅਸੀਂ ਮਾਜ਼ੀ ਆਪਣਾ ਭੁੱਲ ਜਾਈਏ ਕਿ ਸਾਡੇ ਤੇ ਕਿੰਨੇ ਕਿੰਨੇ ਜ਼ੁਲਮ ਕੀਤਾ ਹੈ, ਤੇ ਅਸੀਂ ਕਿਉਂਕਿ ਉਹਨਾਂ ਦੀਆਂ ਹੀ ਨਸਲਾਂ ਅੱਜ ਵੀ ਇੱਥੇ, ਐਸੀ ਉਹਨਾਂ ਦੀਆਂ ਹੀ ਨਸਲਾਂ ਅੱਜ ਇੱਥੇ ਕੋਈ ਬਣੇ ਹੋਏ ਨੇ, ਕੋਈ ਮਤਲਬ ਫਲਾਂ ਦੇ ਫਲਾਂ, ਮੈਂ ਨਾਂ ਨਹੀਂ ਲੈਣਾ ਹਾਂ, ਕਿਸੇ ਦਾ, ਅਸੀਂ- ਕਿ ਜਿਹੜੇ ਇੱਥੇ ਚੌਧਰੀ ਬਣੇ ਹੋਏ ਨੇ। ਇਹਦਾ ਮਤਲਬ ਜਿਹੜਾ ਲੋਕਲ ਬੰਦੇ ਸੀ ਉਦੋਂ ਵੀ ਤੁਸੀਂ ਦੱਬਿਆ ਗਿਆ, ਅੱਜ ਵੀ ਅੱਜ ਦੱਬਿਆ। ਵੀ ਤੁਸੀਂ ਗੱਲ ਕੀਤੀ ਨਾ ਡਾਕਟਰ ਸਾਹਿਬ ਕਿ ਚੌਧਰੀ ਤੁਸੀਂ ਅਸਾਂ ਆਪੂ ਬਣਾਏ ਵੇ, ਕਿਸੇ ਨੇ ਉਹ ਨਹੀਂ ਬਣੇ, ਅਸਾਂ ਆਪੂ ਬਣਾਏ। ਕੱਲ ਨਹੀਂ ਗੱਲ ਹੈ ਅੰਗਰੇਜ਼ ਇੱਥੋਂ ਗਿਆ, ਕੱਲ ਨਹੀਂ ਗੱਲ ਹੈ। ਅਮਰ ਸ਼ਾਹ ਅਬਦਾਲੀ ਬਹੁਤ ਬੜੀ ਗੱਲ ਹੈ, ਪੁਰਾਣੀ ਗੱਲ ਹੈ ਨਾ। ਕੱਲ ਇੱਥੋਂ ਅੰਗਰੇਜ਼ ਗਏ, ਅੱਜ ਵੀ ਅਸਾਂ ਉਹਨਾਂ ਨੇ ਆਣੇ ਅਸਾਂ ਕਿਉਂ ਵੀਜ਼ਾ ਚਾਹੀਦਾ, ਜੀ ਜੀ ਅਸਾਂ ਚਲੇ ਗਏ ਅਸਾਂ बिल्कुल सर, ਇਹ ਮੁਲਕ छोड़ने की तैयार है। जी ऐसे ही ऐसे ही। बहुत शुक्रिया जी, बहुत अच्छी गलबात तुसां बड़ी मेहरबानी जी। बड़ा तुसां अच्छा असां लगा के, जी नुमान टाइम दे बहुत साहब ਤੁਹਾਡਾ ਕਿ ਤੁਸੀਂ ਸਪੈਸ਼ਲੀ ਮੇਰੀ ਦਰਖਾਸਤ तुसां दोए बाप बेटे नहीं ਮੇਰਾ ਤੁਹਾਡਾ ਹੁਕਮ ਸੀ ਜਨਾਬ, ਬਹੁਤ ਸ਼ੁਕਰੀਆ। ਬਲਕਿ ਅੱਛਾ ਹੈ ਯਾਰ, ਅਸੀਂ ਬਣੇ चलो ਅੱਜ ਇੱਕ ਛੋਟੀ ਜਿਹੀ ਬੈਠਕ ਗਪਸ਼ਪ हो गई। अच्छा बहुत बड़ा शुक्रिया साल का 10-12 कितने साल रही मुलाकात नहीं हुई 5-6 साल हुए ना इतने ज्यादा। 5-6 ਸਾਲ ਤੋਂ ਬਾਅਦ ਅਸੀਂ ਮਿਲੇ। ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ ਜੀ, ਔਰ ਤੁਹਾਨੂੰ ਵੀ ਅੱਲਾਹ ਖੁਸ਼ ਰੱਖੇ। ਬਹੁਤ ਸ਼ੁਕਰੀਆ ਜੀ, ਅਸਲਾਮ ਵਾਲੇਕੁਮ।